पर जिहड़ा इस वेले दा प्रवास आ ना, ਇਹਦੇ कई कारण। ये इंपलायमेंट भी आ, पंजाब दी इनसिक्योरिटी भी आ, चंगे भी इत्थों बहुत सौखा भी दौड़ रहा। वो क्यों दौड़ रहा? इत्थे इनसिक्योरिटी आ। सोशल सिक्योरिटी नहीं गी, फाइनैंशियल सिक्योरिटी नहीं गी। अल्टीमेटली गोल की अपना, मैं जे इत्थे स्टडी कर रहा तो मेरा गोल होगा कि अपनी फैमिली ਨੂੰ ਇੱਕ ਲਿਵਿੰਗਹੁੱਡ ਸਿਹਤਮੰਦ ਪੰਜਾਬ ਦਾ ਸੁਪਨਾ ਜਿਹੜਾ ਉਹ ਸਾਕਾਰ ਹੋ ਰਿਹਾ ਹੈ। ਅਸੀਂ 15 ਅਗਸਤ ਨੂੰ 100 ਆਮ ਆਦਮੀ ਕਲੀਨਿਕ ਲੋਕਾਂ ਦੇ ਸਮਰਪਿਤ ਕੀਤੇ ਸੀ ਤੇ ਮੈਨੂੰ ਦੱਸਦਿਆਂ ਇਹ ਖੁਸ਼ੀ ਹੋ ਰਹੀ ਹੈ ਕਿ ਲੋਕਾਂ ਨੇ ਇਸ ਨੂੰ ਬਹੁਤ ਵੈਲਕਮ ਕੀਤਾ ਤੇ ਸਵਾਗਤ ਕੀਤਾ। ਹੁਣ ਤੱਕ 7.5 ਲੱਖ ਲੋਕ ਇੱਥੇ OPD ਦਾ ਫਾਇਦਾ ਲੈ ਚੁੱਕੇ ਨੇ। 1 ਲੱਖ ਤੋਂ ਜ਼ਿਆਦਾ ਲੋਕ ਇਹਨਾਂ ਕਲੀਨਿਕਾਂ ਦੇ ਵਿੱਚ ਮੁਫਤ ਟੈਸਟ ਕਰਾ ਚੁੱਕੇ ਨੇ। ਦਵਾਈਆਂ ਸਾਰੀਆਂ ਮੁਫਤ ਮਿਲਦੀਆਂ ਨੇ ਤੇ ਮੈਨੂੰ ਦੱਸਦਿਆਂ ਇੱਕ ਹੋਰ ਖੁਸ਼ੀ ਹੋ ਰਹੀ ਹੈ ਕਿ 27 ਜਨਵਰੀ ਨੂੰ 500 ਮੁਹੱਲਾ ਕਲੀਨਿਕ ਹੋਰ ਜਿਹੜੇ ਨੇ ਉਹ ਲੋਕਾਂ ਦੇ ਸਮਰਪਿਤ ਕੀਤੇ ਜਾਣਗੇ ਤਾਂ ਕਿ ਅਸੀਂ ਰੰਗਲਾ ਪੰਜਾਬ ਜਿਹੜਾ ਬਣਾਉਣਾ ਹੈ ਉਹ 'ਚ ਸਿਹਤਮੰਦ ਪੰਜਾਬ ਵੀ ਸ਼ਾਮਲ ਹੋਵੇ। प्रोवाइड करना, वो चीज़ इत्थे नहीं हो रही। हर बंदा सोचता है भी मैं बैटर भविख लई जे इस तो बैटर जाइए किते जाइए। आपां पंजाब तो लोग दिल्ली गए, महाराष्ट्र गए, कई थाई गए तो वो सोचते भी कनेडा आस्ट्रेलिया भी जाओ, इंग्लैंड भी जाओ। स्टूडेंट्स यही प्रैफर करते कि आइल्स करो तो बाहर जाओ, क्योंकि मेन उन्होंने ये है कि इधर अश्योरेंस नहीं हैगी कि जे आप पढ़ते पे हाँ तो आपको इंप्लॉयमेंट मिलूगी। क्योंकि रीसेंट जो बजट भी आया वो भी जॉब क्रिएशन बारे कोई भी इन्ना वधिया जिहड़ा ये नहीं कंट्रीब्यूशन किया गया। जस्ट 38,000 जिहड़ियां टीचर्स वास्ते जॉब कड्डियां गई हैं, जबकि अपनी जी पॉपूलेशन है वो 150 करोड़ आ, तो 38,000 इनफ नहीं है कि सारिਆਂ ਨੂੰ मिल सके। भी साडा बच्चा आ भी डर आ, नशे का भी डर आ ते बच्चे नूं बाहर कढ दे। और अगली गल वो भी ये पक्ष, कोई पक्ष ये 50% नहीं गा, कोई पक्ष 15% आ, कोई 17% आ, कोई 23%। जे 20 ਲੱਖ 15 ਲੱਖ ਲਾ ਕੇ ਤੇ ਆਪਾਂ ਬਾਹਰ ਜਾਂਦੇ ਆ ਤੇ ਉੱਥੇ ਆਪਣੇ ਇੱਕ ਅਸ਼ੋਰੈਂਸ ਮਿਲ ਜਾਂਦੀ ਆ ਕਿ ਸਟੱਡੀ ਵੀ ਕੰਟੀਨਿਊ ਕਰ ਸਕਦੇ ਆ ਐਜ਼ ਵੈਲ ਐਜ਼ ਕਿ ਆਪਾਂ ਵਧੀਆ ਆਪਣਾ ਕਮਾ ਵੀ ਸਕਦੇ ਆ ਤੇ ਆਪਣੀ ਫੈਮਿਲੀ ਨੂੰ ਵੀ ਜਿਹੜਾ ਹੈ ਵਧੀਆ ਅਰਨਿੰਗ ਹੈਡ ਉਹਨਾਂ ਦਾ ਬਣ ਸਕਦੇ ਆ। ਲੈਸ ਦੈਨ 10% ਇਹ ਡਾਟਾ ਹੈ ਜਿਹੜੇ ਹਾਇਰ ਐਜੂਕੇਸ਼ਨ ਲਈ ਸੀਰੀਅਸਲੀ ਜਾਂਦੇ ਆ। ਅਲਟੀਮੇਟਲੀ ਬੱਚੇ ਉਧਰ ਸੈੱਟ ਹੋਣ ਲਈ, ਰੁਜ਼ਗਾਰ ਲਈ ਜਾਂਦੇ। ਕੱਲ ਇੱਕ ਡਾਟਾ ਛਪਿਆ, ਪਿਛਲੇ 4 ਸਾਲਾਂ 'ਚ 1.25 ਲੱਖ ਬੱਚਾ ਘਟਿਆ ਔਰ 29 ਕਾਲਜ ਬੰਦ ਹੋਏ ਆ। ਔਰ ਸਾਡੇ ਪਿੰਡਾਂ ਦੇ ਨੀਨ ਕਾਲਜ ਬਿਲਕੁਲ ਹੀ ਬੰਦ ਹੋ ਗਏ, B.Ed ਕਾਲਜ ਬੰਦ ਹੋ ਰਹੇ ਔਰ ਡਿਗਰੀ ਕਾਲਜ ਮਤਲਬ ਸਾਡੇ ਗ੍ਰਾਂਟ ਇਨ ਏਡ ਦੇ ਪੰਜਾਬ ਦੇ ਘੱਟੋ ਘੱਟ ਦਰਜਨ ਦੇ ਕਰੀਬ ਮੈਨੇਜਮੈਂਟਾਂ ਜਿਨ੍ਹਾਂ ਸਰਕਾਰ ਨੂੰ ਲਿਖਤਾ ਵੀ ਸਾਡੇ ਤੋਂ ਕਾਲਜ ਨਹੀਂ ਚੱਲਦੇ, ਤੁਸੀਂ ਕਾਲਜ। ਫਰਕ ਸਾਨੂੰ ਵੀ ਆ, ਫਰਕ ਸਾਨੂੰ ਵੀ ਆ। ਗਿਣਤੀ ਅਸੀਂ ਮੇਨਟੇਨ ਕੀਤੀ ਆ ਪਰ ਸਟਾਫ ਜਿਹੜਾ ਕੰਪੀਟੀਸ਼ਨ ਨਾਲ ਆਉਂਦਾ ਸੀ ਉਹ ਗੱਲ ਖਤਮ ਹੋ ਗਈ ਤੇ ਪਰ ਛੋਟੇ ਕਾਲਜਾਂ ਨੂੰ ਬਹੁਤ ਫਰਕ ਆ। ਹਾਲ ਹੀ ਦੇ ਵਿੱਚ ਹੋਏ ਇੱਕ ਉਚੇਰੀ ਸਿੱਖਿਆ ਨੂੰ ਲੈ ਕੇ ਸਰਵੇਖਣ ਦੇ ਵਿੱਚ ਇੱਕ ਗੱਲ ਸਾਹਮਣੇ ਆਈ ਹੈ ਕਿ +2 ਕਰਨ ਤੋਂ ਬਾਅਦ ਆਮ ਤੌਰ ਤੇ ਜਿਹੜੇ ਵੀ ਸਾਡੇ ਪੰਜਾਬ ਦੇ ਵਿਦਿਆਰਥੀ ਨੇ ਇਹ ਵਿਦੇਸ਼ਾਂ ਨੂੰ ਤਰਜੀਹ ਦੇ ਰਹੇ ਨੇ, ਵਿਦੇਸ਼ੀ ਪੜ੍ਹਾਈ ਨੂੰ ਤਰਜੀਹ ਦੇ ਰਹੇ ਨੇ, ਜਿਸ ਕਰਕੇ ਇਸ ਦਾ ਸਿੱਧਾ ਅਸਰ ਪੰਜਾਬ ਦੇ ਨਾਮਵਰ ਕਾਲਜਾਂ ਦੇ, ਵੱਡੇ ਕਾਲਜਾਂ ਦੇ ਉੱਤੇ ਪੈ ਰਿਹਾ ਹੈ। ਅਸੀਂ ਇਸ ਵਕਤ ਅੰਮ੍ਰਿਤਸਰ ਦੇ ਜਿਹੜੇ ਪੰਜਾਬ ਵਿਸ਼ਵ ਪ੍ਰਸਿੱਧ ਖਾਲਸਾ ਕਾਲਜ ਦੇ ਵਿੱਚ ਮੌਜੂਦ ਹਾਂ। ਸਾਡੇ ਨਾਲ ਪ੍ਰਿੰਸੀਪਲ ਸਰਦਾਰ ਮਹਿਲ ਸਿੰਘ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਇਸ ਦੇ ਪਿੱਛੇ ਕੀ ਕਾਰਨ ਨੇ ਔਰ ਕਿੰਨਾ ਕੁ ਫਰਕ ਪਿਆ ਹੈ। ਸਭ ਤੋਂ ਪਹਿਲਾਂ ਸਰ ਨਾਲ ਗੱਲ ਕਰਦੇ। ਸਰ, ਕੀ ਕਾਰਨ ਤੁਸੀਂ ਸਮਝਦੇ ਜੇ ਕਿ ਆਮ ਤੌਰ ਤੇ +2 ਸਟੂਡੈਂਟ ਕਰ ਰਹੇ ਨੇ ਔਰ ਆਈਲੈਟਸ ਕਰਦੇ ਨੇ ਔਰ ਵੱਖ-ਵੱਖ ਕੰਟਰੀਜ਼, ਖਾਸ ਤੌਰ ਤੇ ਕੈਨੇਡਾ ਜਾਂ ਕਿਤੇ ਹੋਰ ਚਲੇ ਜਾਂਦੇ ਨੇ, ਕੀ ਕਾਰਨ ਸਮਝਦੇ ਤੁਸੀਂ? ਸਭ ਤੋਂ ਪਹਿਲਾਂ ਖਾਲਸਾ ਕਾਲਜ ਵੱਲੋਂ ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਇਹ ਜਿਹੜੀ ਯੂਥ ਦੀ ਮਾਈਗ੍ਰੇਸ਼ਨ ਹੋ ਰਹੀ ਆ, ਖਾਸ ਕਰਕੇ ਮਤਲਬ ਪਿਛਲੇ 5, 7, 10 ਸਾਲਾਂ ਤੋਂ, ਮੈਂ ਸਮਝਦਾ ਵੀ ਇਹਦਾ ਕੋਈ ਇੱਕ ਪੱਖ ਨਹੀਂ ਗਾ। ਮਾਈਗ੍ਰੇਸ਼ਨ ਪਿਛਲੇ 150, 200 ਸਾਲ ਤੋਂ ਹੀ ਜਦੋਂ ਦੇ ਮਤਲਬ ਲੋਕ ਰੁਜ਼ਗਾਰ ਦੇ ਭਾਲ ਦੇ ਵਿੱਚ ਜਾਂਦੇ ਰਹੇ ਆ। ਸਾਡੀ ਗਦਰ ਮੂਵਮੈਂਟ ਸੀ ਜਿਹੜੀ 1914 ਦੀ, ਉਹ ਅਮਰੀਕਾ 'ਚ
ਉਹ ਚਲਾਈ ਹੀ ਪ੍ਰਵਾਸੀਆਂ ਨੇ ਸੀ, ਜਿਹੜੇ ਬਾਹਰ ਗਏ ਸੀ, ਮੂਵਮੈਂਟਾਂ ਚਲਾਈਆਂ। ਪਰ ਜਿਹੜਾ ਇਸ ਵੇਲੇ ਦਾ ਪ੍ਰਵਾਸ ਆ ਨਾ, ਇਹਦੇ ਕਈ ਕਾਰਨ ਨੇ। ਇਹ ਇੰਪਲਾਇਮੈਂਟ ਵੀ ਆ, ਪੰਜਾਬ ਦੀ ਇਨਸਿਕਿਉਰਿਟੀ ਵੀ ਆ, ਚੰਗੇ ਵੀ ਇੱਥੋਂ ਬਹੁਤ ਸੌਖਾ ਵੀ ਦੌੜ ਰਿਹਾ। ਉਹ ਕਿਉਂ ਦੌੜ ਰਿਹਾ? ਵੀ ਇੱਥੇ ਇਨਸਿਕਿਉਰਿਟੀ ਆ ਜੀਵਨ ਦੀ। ਤੁਹਾਨੂੰ ਗੈਂਗਸਟਰੀ ਡਰ ਸਤਾਉਣ ਲੱਗ ਗਿਆ ਵੀ ਤੁਹਾਡੀ ਨਵੀਂ ਪੀੜ੍ਹੀ ਨੂੰ। ਨੰਬਰ 2, ਹਰ ਬੰਦਾ ਸੋਚਦਾ ਹੈ ਵੀ ਮੈਂ ਬੈਟਰ ਭਵਿੱਖ ਲਈ, ਜੇ ਇਸ ਤੋਂ ਬੈਟਰ ਜਾਈਏ, ਕਿਤੇ ਜਾਈਏ। ਆਪਾਂ ਪੰਜਾਬ ਤੋਂ ਲੋਕ ਦਿੱਲੀ ਗਏ, ਮਹਾਰਾਸ਼ਟਰ ਗਏ, ਕਈ ਥਾਈਂ ਗਏ, ਅਤੇ ਉਹ ਸੋਚਦੇ ਵੀ ਕੈਨੇਡਾ, ਆਸਟ੍ਰੇਲੀਆ ਵੀ ਜਾਓ, ਇੰਗਲੈਂਡ ਵੀ ਜਾਓ। ਇੱਕ ਤੀਜੀ ਗੱਲ ਜਿਹੜੀ ਆ ਉਹ ਇੱਥੇ ਦੀ ਹੈਗੀ ਸੀ ਵੀ ਇੱਕ ਲੈਵਲ ਪੰਜਾਬ 'ਚ ਆ ਗਿਆ ਸੀ। ਸਾਡੇ ਸੋਸ਼ਲ ਸਾਇੰਸ ਦੇ ਬੱਚਿਆਂ ਨੇ ਸਰਵੇ ਕੀਤਾ, ਪਿੰਡਾਂ 'ਚੋਂ ਲੋਕ ਸ਼ਹਿਰਾਂ 'ਚ ਇਸ ਕਰਕੇ ਆ ਰਹੇ, ਸ਼ਹਿਰਾਂ 'ਚ ਉਹਨਾਂ ਦਾ ਕੋਈ ਕਾਰੋਬਾਰ ਨਹੀਂ ਸੀ ਵੀ ਪਿੰਡ ਬੱਚਾ ਨਸ਼ੇ 'ਤੇ ਨਾ ਲੱਗ ਜੇ, ਮੈਂ ਆਪਦਾ ਬੱਚਾ ਬਚਾ ਲਵਾਂ। ਹੁਣ ਇੱਥੇ ਵੀ ਇਹ ਗੱਲ ਹੈਗੀ ਆ ਵੀ ਇੱਥੇ ਵੀ ਸਾਡਾ ਬੱਚਾ ਆ ਵੀ ਡਰ ਆ, ਨਸ਼ੇ ਦਾ ਵੀ ਡਰ ਆ, ਅਤੇ ਬੱਚੇ ਨੂੰ ਬਾਹਰ ਕੱਢ ਦਿਓ। ਔਰ ਅਗਲੀ ਗੱਲ ਉਹ ਵੀ ਇਹ ਪੱਖ, ਕੋਈ ਪੱਖ ਇਹਦੇ 'ਚ 50% ਨਹੀਂ ਗਾ, ਕੋਈ ਪੱਖ 15% ਆ, ਕੋਈ 17% ਆ, ਕੋਈ 23%। ਅਗਲੀ ਗੱਲ ਇੰਪਲਾਇਮੈਂਟ ਦੀ ਆ। ਪਬਲਿਕ ਸੈਕਟਰ ਸਾਡੇ ਹੁਣ ਕਾਲਜਾਂ 'ਚ ਹੀ 2004 ਤੋਂ ਪੋਸਟਾਂ 'ਤੇ ਬੈਨ ਆ, ਇਸੇ ਤਰ੍ਹਾਂ ਹੀ ਸਾਰੇ ਮਹਿਕਮੇ 'ਚ ਆ। ਪ੍ਰਾਈਵੇਟੇਸ਼ਨ ਆਉਣ ਨਾਲ ਪਬਲਿਕ ਸੈਕਟਰ 'ਚ ਖੜੋਤ ਆ ਗਈ। ਸਭ ਤੋਂ ਵੱਡੀ ਗੱਲ ਜਿਹੜੀ ਸਾਡੀ ਖੇਤੀ 'ਚ ਖੜੋਤ ਆ ਗਈ। ਅਸੀਂ ਗ੍ਰੀਨ ਰੈਵੋਲੂਸ਼ਨ ਤੋਂ ਅਗਲੇ ਮਾਡਲ ਵੱਲ ਤੁਰੇ ਹੀ ਨਹੀਂ। ਇਹ ਗ੍ਰੀਨ ਰੈਵੋਲੂਸ਼ਨ ਜਿਹੜਾ ਸਾਡਾ 20-25 ਸਾਲ 65-70 ਤੋਂ ਇਹ 85-90 ਤੱਕ ਆਪਦੀ ਉਮਰ ਇਹਨੇ ਪੂਰੀ ਕਰ ਲਈ ਸੀ। ਅਸੀਂ ਇਹ ਗ੍ਰੀਨ ਰੈਵੋਲੂਸ਼ਨ ਦੀ ਜਿਹੜੀ ਗੱਡੀ 'ਤੇ ਚੜ੍ਹ ਗਏ, ਇਹਦਾ ਕੋਈ ਸਟੇਸ਼ਨ ਹੀ ਨਹੀਂ ਆਇਆ ਮੁੜ ਕੇ। ਸਾਨੂੰ ਐਗਰੋ ਬੇਸਡ ਇੰਡਸਟਰੀ ਵੱਲ ਵਧਣਾ ਚਾਹੀਦਾ ਸੀ। ਚਾਈਨੀ ਮਾਡਲ ਅਪਣਾਉਣਾ ਚਾਹੀਦਾ ਹੈ ਵੀ ਤੁਹਾਡੀ ਕੋਈ ਫਸਲ 20 ਕਿਲੋਮੀਟਰ ਤੋਂ ਬਾਹਰ ਨਾ ਜਾਏ, ਉਹ 20 ਕਿਲੋਮੀਟਰ ਤੱਕ ਪੱਕੀ ਫਸਲ ਬਣੇ। ਹੈਰਾਨੀ ਦੀ ਗੱਲ ਏ ਵੀ ਅਸੀਂ ਝੋਨੇ ਦੇ ਅੰਬਾਰ ਲਾ ਲਏ, ਢੇਰ ਲਾ ਲਏ, ਅਤੇ ਪਿੰਡ ਜਿਹੜਾ ਝੋਨੇ ਛੱਡਣ ਵਾਲੀ ਮਸ਼ੀਨ ਸੀ ਉਹ ਬੰਦ ਹੋ ਗਈ। ਪਿੰਡ ਤੁਹਾਡਾ ਫੁੱਲੀ ਇੰਪਲਾਇਮੈਂਟ ਦਾ ਯੂਨਿਟ ਸੀ, ਉੱਥੇ ਤੇਲ ਦਾ ਕੋਲੂ ਸੀ, ਉੱਥੇ ਰੂੰ ਪਿੰਨਣ ਵਾਲਾ ਪੇਂਜਾ ਸੀ, ਉੱਥੇ ਕਪਾਹ ਵੇਲਣ ਵਾਲੀ ਮਸ਼ੀਨ ਸੀ, ਉੱਥੇ ਝੋਨਾ ਛੱਡਣ ਵਾਲੀ, ਇਹ ਇੱਕ ਕੰਪਲੀਟ ਯੂਨਿਟ ਸੀ। ਉਹ ਯੂਨਿਟ ਖਤਮ ਹੋ ਗਿਆ। 20-25-50 ਕਿਲੋਮੀਟਰ ਤੱਕ ਇਹ ਯੂਨਿਟ ਨਹੀਂ ਰਹੇ। ਹੁਣ ਖੇਤੀ 'ਚ ਮਸ਼ੀਨਰੀ ਆ ਗਈ, ਖਾਦਾਂ ਸਪਰੇਆਂ 'ਤੇ ਖੇਤੀ ਹੋ ਰਹੀ, ਉਹ ਯੂਥ ਨੂੰ ਕੰਮ ਨਹੀਂ ਰਿਹਾ। ਯੂਥ ਕਰੇ ਇਹੋ ਹੀ ਜਾਣਨਾ ਚਾਹੁੰਦੇ ਕਿ ਚਲੋ ਅਨਇੰਪਲੋਇਮੈਂਟ ਤੁਸੀਂ ਦੱਸਿਆ ਕੋਈ 17% ਹੈ, ਕੋਈ 23%। ਸਟੱਡੀ ਨੂੰ ਕਿੰਨਾ ਕੁ ਪ੍ਰਾਇੋਰਟੀ ਦਿੰਦੇ ਨੇ ਸਾਡੇ ਸਟੂਡੈਂਟ, ਕਿ ਸੱਚਮੁੱਚ ਹੀ ਕਈ ਕਿ ਲੋਕ ਸਟੱਡੀ ਕਰਕੇ ਹੀ ਜਾਂਦੇ ਨੇ? ਬੱਚੇ ਨੇ ਇਹਨਾਂ 'ਚ ਲੈਸ ਦੈਨ 10% ਇਹ ਡਾਟਾ ਹੈ ਜਿਹੜੇ ਹਾਇਰ ਐਜੂਕੇਸ਼ਨ ਲਈ ਸੀਰੀਅਸਲੀ ਜਾਂਦੇ ਆ। ਅਲਟੀਮੇਟਲੀ ਬੱਚੇ ਉਧਰ ਸੈੱਟ ਹੋਣ ਲਈ, ਰੁਜ਼ਗਾਰ ਲਈ ਜਾਂਦੇ। ਸਾਡੇ ਕੋਲ ਬੱਚਾ ਦਾਖਲ ਹੁੰਦਾ ਹੈ, ਉਹਨੇ ਫਾਈਲ ਬਾਹਰ ਲਾਈ ਹੈ, ਫਾਈਲ ਬਾਹਰ ਲਾਈ ਹੈ। ਪ੍ਰਿੰਟ ਮੀਡੀਆ 'ਚ ਕੱਲ੍ਹ ਇੱਕ ਡਾਟਾ ਛਪਿਆ, ਪਿਛਲੇ 4 ਸਾਲਾਂ 'ਚ 1.25 ਲੱਖ ਬੱਚਾ ਘਟਿਆ, ਔਰ 29 ਕਾਲਜ ਬੰਦ ਹੋਏ ਆ, ਔਰ ਸਾਡੇ ਪਿੰਡਾਂ ਦੇ ਇੰਜੀਨੀਅਰਿੰਗ ਕਾਲਜ ਬਿਲਕੁਲ ਹੀ ਬੰਦ ਹੋ ਗਏ, ਬੀਐਡ ਕਾਲਜ ਬੰਦ ਹੋ ਰਹੇ, ਔਰ ਡਿਗਰੀ ਕਾਲਜ ਮਤਲਬ ਸਾਡੇ ਗ੍ਰਾਂਟ ਇਨ ਏਡ ਦੇ ਪੰਜਾਬ ਦੇ ਘੱਟੋ ਘੱਟ ਦਰਜਨ ਦੇ ਕਰੀਬ ਮੈਨੇਜਮੈਂਟਾਂ ਜਿਹਨਾਂ ਸਰਕਾਰ ਨੂੰ ਲਿਖਤਾ ਸਾਡੇ ਤੋਂ ਕਾਲਜ ਨਹੀਂ ਚੱਲਦੇ, ਤੁਸੀਂ ਕਾਲਜ ਚਲਾ ਲਓ। ਉੱਥੇ 200, 250, 300 ਬੱਚਾ ਵੀ ਨਹੀਂ ਰਹਿ ਗਿਆ। ਇਸ ਕਰਕੇ ਜਿਹੜੀ ਇੱਥੋਂ ਦਾ ਓਵਰਆਲ ਪੰਜਾਬ ਦੇ ਹਾਲਾਤ ਨੇ, ਖੇਤੀ ਦੀ ਖੜੋਤ ਆ, ਇੱਥੇ ਇਨਸਿਕਿਉਰਿਟੀ ਆ, ਇੰਪਲਾਇਮੈਂਟ ਦੀ ਵੀ, ਜੀਵਨ ਦੀ ਵੀ, ਕਈ ਗੱਲਾਂ ਨੇ, ਅਤੇ ਬੈਟਰ ਚੁਆਇਸ ਲਈ ਵੀ ਬੱਚੇ ਜਾਂਦੇ ਹੀ ਨੇ। ਖਾਲਸਾ ਕਾਲਜ, ਮੈਂ ਇੰਡੀਵਿਜੂਅਲ ਤੌਰ ਤੇ ਕੀ ਜਾਣਨਾ ਚਾਹੁੰਦਾ ਕਿ ਖਾਲਸਾ ਕਾਲਜ ਨੂੰ ਤੁਹਾਡੇ ਲੱਗਦਾ ਪਿਛਲੇ ਸਾਲ ਬਾਰੇ ਜਾਂ ਇਸ ਸਾਲ ਕੋਈ ਫਰਕ ਹੋਵੇ, ਜਾਂ ਉਸ ਤੋਂ ਪਿਛਲੇ ਸਾਲ ਨਾਲੋਂ ਹਰ ਸਾਲ ਕੋਈ ਦਰ ਬਾਈ ਦਰ ਕੋਈ ਫਰਕ ਪਿਆ ਹੋਵੇ ਸਟੂਡੈਂਟ ਦੀ ਐਡਮਿਸ਼ਨ ਨੂੰ? ਫਰਕ ਇਸ ਤਰ੍ਹਾਂ ਹੈ, ਸਾਡੀ ਵੈਸੇ ਤਾਂ ਸਟਰੈਂਥ 'ਚ ਓਵਰਆਲ ਫਰਕ ਨਹੀਂ ਗਾ, ਪਰ ਜੇ ਸਾਡੇ ਐਗਰੀਕਲਚਰ 'ਚ ਅਸੀਂ 150 ਬੱਚਾ ਰੱਖਦੇ ਸੀ ਅਤੇ ਇੱਥੇ 1000 ਬੱਚਾ ਆਉਂਦਾ ਸੀ, ਉਹ 1000 ਆਉਣੋਂ ਘਟ ਗਿਆ, ਹੁਣ 400 ਆਉਂਦਾ। ਹੁਣ ਅਸੀਂ 400 ਚੋਂ 150 ਲੈਣਾ। ਹੁਣ ਜੇ ਅਸੀਂ ਫਸਟ ਡਿਵੀਜ਼ਨ ਵਾਲੇ ਚੁਆਇਸ ਕਰਕੇ ਉੱਪਰਲੇ ਰੱਖਣੇ ਸੀ, ਉਹ ਚੁਆਇਸ ਨਹੀਂ ਰਹੀ, ਮਜਬੂਰੀ ਹੋ ਗਈ ਆ ਵੀ ਕਾਲਜ ਵੀ ਚਲਾਉਣਾ, ਖਰਚੇ ਵੀ ਚਲਾਉਣੇ ਆ, ਕਲਾਸ ਤਾਂ ਪੂਰੀ ਕਰਨੀ ਆ ਨਾ। ਫਰਕ ਸਾਨੂੰ ਵੀ ਆ, ਗਿਣਤੀ ਅਸੀਂ ਮੇਨਟੇਨ ਕੀਤੀ ਆ, ਪਰ ਸਟਾਫ ਜਿਹੜਾ ਕੰਪੀਟੀਸ਼ਨ ਨਾਲ ਆਉਂਦਾ ਸੀ ਉਹ ਗੱਲ ਖਤਮ ਹੋ ਗਈ।
ਤੇ ਪਰ ਛੋਟੇ ਕਾਲਜਾਂ ਨੂੰ ਬਹੁਤ ਫਰਕ ਆ। ਸਰ ਕਿਹੜੇ ਫੈਕਟਰ ਤੁਸੀਂ ਐਜ਼ ਅ ਬੁੱਧੀਜੀਵੀ ਅਸੀਂ ਜਾਣਨਾ ਚਾਹੁੰਦੇ ਹੋ ਕਿ ਕਿਹੜੇ ਫੈਕਟਰ ਨੇ ਜਿਨ੍ਹਾਂ ਦੇ ਕਰਕੇ ਪਲਾਇਨ ਨੂੰ ਰੋਕ ਸਕਦਾ ਹੈ ਜਾਂ ਰੋਕਿਆ ਜਾ ਸਕੇ, ਕੀ ਇਹ ਰੋਕਣ ਦੇ ਬਾਰੇ ਕਰਨਾ ਚਾਹੀਦੀ ਹੈ ਐਫਰਟ ਕਿ ਠੀਕ ਆ ਬੱਚੇ ਜਿਹੜੇ ਜਾ ਰਹੇ ਨੇ ਉਹਨਾਂ ਨੂੰ ਆਪਣੇ ਰੋਜ਼ਗਾਰ ਦੇ ਲਈ ਉਹਨਾਂ ਨੂੰ ਸੈੱਟ ਹੋਣ ਦੇਣਾ ਚਾਹੀਦਾ? ਇਕੋਨੋਮਿਸਟ ਇੱਕ ਟਰਮ ਵਰਤਦੇ ਆ, ਟਿਕਾਊ ਵਿਕਾਸ, ਪਰਮਾਨੈਂਟ ਡਿਵੈਲਪਮੈਂਟ। ਸਾਡਾ ਵਿਕਾਸ ਕੀ ਆ? ਕਿਸਾਨੀ ਨੂੰ ਬੱਤੀ ਫਰੀ ਦੇਤੀ, ਆਟਾ ਅਨਾਜ ਫਰੀ ਦੇਤਾ, ਹੁਣ ਇਹ ਸਰਕਾਰ 500 ਯੂਨਿਟ ਫਰੀ ਦੇ ਰਹੀ ਆ। ਇਹ ਫਰੀ ਸ਼ਿਪ ਨੇ ਸਾਨੂੰ ਮਾਰ ਦਿੱਤਾ। ਇਹ ਪੈਸਾ ਜੇ ਅਸੀਂ ਡਿਵੈਲਪਮੈਂਟ ਤੇ ਲਾਇਆ ਹੁੰਦਾ, ਸਰਕਾਰਾਂ ਇਹ ਸੋਚਦੀਆਂ ਵੀ ਤੂੰ ਉੱਤਰ ਪਿੰਡ ਬਹਿ, ਤੈਨੂੰ ਆਟਾ ਦਾਲ ਦੇਤੀ ਹੈ, ਕੱਲ ਨੂੰ ਚਾਹ ਪੱਤੀ ਵੀ ਦੇ ਦੇਣਗੇ, ਤੂੰ ਖਾ, ਪ੍ਰਭੂ ਦੇ ਗੁਣ ਗਾ, ਰੁਜ਼ਗਾਰ ਨਾ ਮੰਗ। ਚਾਹੀਦਾ ਇਹ ਸੀ ਇਹ ਸਾਰਾ ਪੈਸਾ ਡਿਵੈਲਪਮੈਂਟ ਤੇ ਲੱਗਦਾ, ਇੰਡਸਟਰੀ ਤੇ ਲੱਗਦਾ, ਪੰਜਾਬ ਐਗਰੋ ਬੇਸਡ ਇੰਡਸਟਰੀ ਬਣਦਾ, ਬੱਚਾ ਖੁਦ ਕਮਾ ਕੇ ਖਾਂਦਾ। ਮਤਲਬ ਉਧਰ ਨਹੀਂ ਪੈਸਾ ਲਾ ਰਹੇ ਜਿਹੜੇ ਇਹਨੂੰ, ਜਿਵੇਂ ਪੋਲੀਟੀਕਲ ਲੋਕ ਇਹਨੂੰ ਲੋਲੀਪੌਪ ਕਹਿੰਦੇ ਆ, ਵਕਤੀ ਸਕੀਮਾਂ ਨੇ ਵੋਟਾਂ ਖਿੱਚਣ ਲਈ। ਟਿਕਾਊ ਵਿਕਾਸ ਜਿਹੜਾ ਪਰਮਾਨੈਂਟ ਕੰਟੀਨਿਊਟੀ ਦੇ ਵਿੱਚ ਜਿਹੜੀ ਡਿਵੈਲਪਮੈਂਟ ਆ ਉਹ ਪੰਜਾਬ 'ਚ ਗਾਇਬ ਹੋ ਗਈ। ਸਰ ਕਿੰਦੋਂ ਤੱਕ ਜੇ ਇਸੇ ਜਿਵੇਂ 1.25 ਲੱਖ ਤੁਸੀਂ ਵੀ ਜ਼ਿਕਰ ਕੀਤਾ ਕਿ 1.25 ਲੱਖ ਸਟੂਡੈਂਟ ਚਲੇ ਗਏ 29 ਕਾਲਜ, ਔਰ ਜੇ ਇਹੋ ਹੀ ਰੇਸ਼ੋ ਰਹੀ ਤਾਂ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਅਗਲੇ ਦਿਨਾਂ ਦੇ ਵਿੱਚ ਪੰਜਾਬ ਦੇ ਫਿਰ ਕੀ ਮਾਹੌਲ ਰਹਿ ਜਾਏਗਾ? ਪੰਜਾਬ ਹੋਰ ਖਾਲੀ ਹੋਏਗਾ ਇਸ ਪੱਖ ਤੋਂ। ਇਹ ਠੀਕ ਆ, ਪੰਜਾਬ 'ਚ ਬਾਹਰਲੀ ਮਾਈਗ੍ਰੇਸ਼ਨ ਵੀ ਆ ਰਹੀ ਆ, ਅਸੀਂ ਪਰ ਸਾਡੇ ਦੇਖੋ ਨਾ, ਸਾਡੇ ਕੁਝ ਕਲਚਰਲ ਫੈਕਟਰ ਨੇ, ਸਾਡੀ ਸਾਈਕੀ ਦੇ ਆ, ਸਾਡੀ ਕਿਸਾਨੀ ਆ। ਉਹਦਾ ਬੱਚਾ ਆਪਣੇ ਆਪ ਨੂੰ ਸਮਝਦਾ ਮੇਰੀ ਜ਼ਮੀਨ ਹੈ, ਮੇਰੀ ਸਟੇਟ ਆ, ਮੈਂ ਝਾੜੂ ਨਹੀਂ ਮਾਰਨਾ, ਬੈਟਰ ਕੰਮ ਕਰਨਾ ਹੈ। ਮਤਲਬ ਇੱਕ ਜਿੱਥੇ ਸਾਡਾ ਆ ਕਿਸਾਨ ਮੋਰਚਾ, ਇਹਨਾਂ ਨੂੰ ਡਰ ਇਸ ਗੱਲ ਦਾ ਸਾਨੂੰ ਵੀ ਸਾਡਾ ਇੱਕ ਸਟੇਟਸ ਬਣ ਗਿਆ, ਅਸੀਂ ਠੀਕ ਰੋਟੀ ਖਾਂਦੇ ਆ, ਇਦੋਂ ਥੱਲੇ ਨਾ ਡਿੱਗ ਜਾਈਏ। ਸਾਡੇ ਬੱਚਿਆਂ ਨੂੰ ਇਹ ਡਰ ਪੈਦਾ ਹੋ ਗਿਆ, ਸਾਡੇ ਪਰਿਵਾਰਾਂ ਨੂੰ, ਮਾਪਿਆਂ ਨੂੰ, ਵੀ ਸਾਡੇ ਪਰਿਵਾਰ ਇਦੋਂ ਥੱਲੇ ਨਾ ਡਿੱਗ ਜਾਣ। ਅਸੀਂ ਇਸ ਨੂੰ ਮੇਨਟੇਨ ਕਰਨ ਲਈ ਅੱਗੇ ਮਤਲਬ ਕੁਝ ਨਾ ਕੁਝ ਕਰੀਏ, ਪੜ੍ਹਾਈ ਰਾਹੀਂ ਬੱਚਾ ਬਾਹਰ ਭੇਜੀਏ ਜਾਂ ਬਾਹਰ ਜਾ ਕੇ ਮਤਲਬ। ਔਰ ਦੂਸਰੀ ਗੱਲ ਇਹ ਵੀ ਦੇਖ ਲਓ ਇੱਥੋਂ ਦੀ ਪੜ੍ਹਾਈ 'ਚ ਨਿਕਲਦਾ ਕੀ ਆ। ਮੈਂ ਬੀਇੰਗ ਮਤਲਬ ਐਜੂਕੇਸ਼ਨਿਸਟ ਇਹ ਗੱਲ ਕਰ ਰਿਹਾ, ਬਾਹਰ ਬੱਚਾ ਪੜ੍ਹਦਾ, ਜੌਬ ਦੀ ਕੋਈ ਸਮੱਸਿਆ ਨਹੀਂ, ਇੱਥੇ ਬੱਚਾ ਪੜ੍ਹਦਾ, ਉਹ ਕਰੇ ਕੀ ਤੇ ਕਰੇ ਕੀ? ਉਹਦੇ ਸਾਹਮਣੇ ਇੱਕ ਡਾਰਕ ਫਿਊਚਰ ਆ। ਉਹਨੂੰ ਮਤਲਬ ਇੰਨੀ ਵੱਡੀ ਇੱਕ ਰੇਹੜੀ ਲਾਉਂਦਾ, ਉਹ 500 ਰੁਪਏ ਦੇ ਕੇਲੇ ਲਏ, ਉਹ 200 ਰੁਪਏ ਸ਼ਾਮ ਨੂੰ ਕਮਾਰ ਲੈ। ਇੱਕ ਬੱਚਾ 25 ਸਾਲ ਲਾ ਦਿੰਦਾ ਆਪਦੀ ਜ਼ਿੰਦਗੀ ਦੇ, ਉਹ ਲੱਖਾਂ ਰੁਪਏ ਖਰਚ ਦਿੰਦਾ ਤੇ ਉਹਦੀ ਆਊਟਪੁੱਟ ਹੀ ਕੋਈ ਨਹੀਂ। ਇਹੋ ਜਿਹਾ ਵੀ ਕਦੀ ਸਿਸਟਮ ਹੋਇਆ ਵੀ ਉਹਦੀ ਕੋਈ ਸਿਸਟਮ ਕੁਝ ਆਊਟਪੁੱਟ? ਮੇਰਾ ਆਖਰੀ ਸਵਾਲ ਸਰ ਇਹ ਹੈ ਕਿ ਇਹ ਪੇਰੈਂਟਸ ਦੇ ਦਿਮਾਗ ਦੇ ਉੱਤੇ ਫੈਕਟਰ ਬੈਠਾ, ਜਿਵੇਂ ਤੁਸੀਂ ਗੱਲ ਕੀਤੀ ਕਿ ਮੇਰਾ ਬੱਚਾ ਨਸ਼ੇ ਤੋਂ ਬਚ ਜੇ, ਜਾਂ ਸਟੂਡੈਂਟ ਦੇ ਮਨ ਦੇ ਵਿੱਚ ਵੀ ਆ ਕਿ ਚਲੀਏ ਬਾਹਰ ਕਰੀਏ? ਸਟੂਡੈਂਟ ਦੇ ਮਨ 'ਚ ਵੀ ਆ, ਮਾਪੇ ਵੀ ਇਹਨੂੰ ਪੁਸ਼ ਕਰ ਰਹੇ ਆ, ਕਈ ਪੱਖ ਜਿਵੇਂ ਮੈਂ ਦੱਸਿਆ ਸਟੂਡੈਂਟ ਦੇ ਵੀ ਆ। ਤੇ ਇੱਕ ਜਿਵੇਂ ਮਤਲਬ ਹੁੰਦਾ ਵੀ ਜੇ ਉੱਥੇ ਭਾਵੇਂ ਲਾਈਫ ਸੌਖੀ ਨਹੀਂ ਗਈ, ਬੜੀ ਸਟਰਗਲ ਕਰਨੀ ਪੈਂਦੀ ਆ, ਪਰ ਉਹਦੇ 'ਚੋਂ ਕੋਈ ਹਾਸਲ ਹੋ ਜਾਂਦਾ। ਇੱਥੋਂ ਕੋਈ ਹਾਸਲ ਹੋਣੋਂ ਹਟ ਗਿਆ। ਅਸੀਂ ਵੇਖੋ ਕੁਦਰਤ ਨੇ, ਪ੍ਰਮਾਤਮਾ ਨੇ ਹੱਥ ਦਿੱਤੇ ਸੀ ਕੁਝ ਕਰਨ ਨੂੰ, ਹੱਥ ਇੱਥੇ ਵਿਹਲੇ ਹੋ ਗਏ। ਤੇ ਜੇ ਕੁਝ ਨਹੀਂ ਸਾਡੇ ਹੁਣ ਕਦੀ ਵੇਖੋ ਮਿਲੀਟੈਂਟ ਲਹਿਰਾਂ, ਕਦੀ ਉਹ ਵੀ ਵੇਖੋ ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਉੱਠੀਆਂ, ਕਦੀ ਇਹ ਗੈਂਗਸਟਰੀ ਲਹਿਰਾਂ, ਕਦੀ ਇਹ ਨਸ਼ਈ ਲਹਿਰਾਂ, ਇਹ ਕਿਉਂ ਉੱਠ ਰਹੀਆਂ? ਇਹ ਸੋਚਣ ਦੀ ਲੋੜ ਆ। ਜੇ ਉਹ ਬੱਚੇ ਕਿਸੇ ਸਵੇਰ ਤੋਂ ਲੈ ਕੇ 9 ਤੋਂ 5 ਤੱਕ ਕਿਸੇ ਕੰਮ 'ਚ ਹੋਣ ਤੇ ਉਹ ਬੱਚੇ ਨੂੰ ਨਸ਼ੇ ਬਾਰੇ ਸੋਚਦੀ ਆ, ਉਸ ਬੱਚੇ ਨੂੰ ਮਾੜੇ ਪਾਸੇ ਜਾਣ ਵੱਲ ਸੋਚਦੀ ਆ। ਇਹ ਸਾਰੀਆਂ ਬੁਰਾਈਆਂ ਇੱਕੋ ਹੀ ਗੱਲ ਆ ਵੀ ਅਸੀਂ ਰੁਜ਼ਗਾਰ ਨਹੀਂ ਬੱਚਿਆਂ ਨੂੰ ਦੇ ਸਕੇ, ਉਹਨਾਂ ਨੂੰ ਬਿਜ਼ੀ ਨਹੀਂ ਕਰ ਸਕੇ, ਉਹਨਾਂ ਦੇ ਸਾਹਮਣੇ ਭਵਿੱਖ ਦਾ ਸੁਪਨਾ ਪੂਰਾ ਹੋਣ ਦਾ ਕੋਈ ਇੱਥੇ ਆਧਾਰ ਨਹੀਂ ਰਿਹਾ। ਜੀ ਤਾਂ ਇਹ ਖਾਲਸਾ ਕਾਲਜ ਦੇ ਪ੍ਰਿੰਸੀਪਲ ਬੜੀ ਮਹੱਤਵਪੂਰਨ ਉਹਨਾਂ ਨੇ ਜਾਣਕਾਰੀ ਸਾਡੇ ਨਾਲ ਸ਼ੇਅਰ ਕੀਤੀ ਹੈ ਕਿ ਫਰਕ ਜ਼ਰੂਰ ਪਿਆ ਹੈ ਜੇ ਐਡਮਿਸ਼ਨ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਉੱਪਰ ਵੀ, ਔਰ ਜੇਕਰ ਇਸ ਨੂੰ ਛੇਤੀ ਹੀ ਨਾ ਰੋਕਿਆ ਗਿਆ, ਜਿਵੇਂ ਰੁਜ਼ਗਾਰ ਦੇ ਫੈਕਟਰ ਨੇ, ਹਾਲਾਂਕਿ ਕਈ ਹੋਰ ਵੀ ਨੇ, ਮਾਪੇ ਵੀ ਚਾਹੁੰਦੇ ਨੇ ਕਿ ਬੱਚੇ ਸੇਫ ਰਹਿਣ, ਤਾਂ ਇਸ ਨੂੰ ਜੇਕਰ ਛੇਤੀ ਹੀ ਨਾ ਰੋਕਿਆ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹਾਲਾਤ, ਜਿਵੇਂ ਕੱਲ੍ਹ ਇੱਕ ਸਰਵੇਖਣ ਹੋਇਆ ਹੈ, ਤਾਂ ਅਗਲੇ ਦਿਨਾਂ ਦੇ ਵਿੱਚ ਇਹ ਹਾਲਾਤ ਜਿਹੜੇ ਨੇ ਹੋਰ ਬੱਤਰ ਹੋ ਸਕਦੇ ਨੇ। ਗਗਨਦੀਪ ਸ਼ਰਮਾ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ।
ਪੰਜਾਬ ਦੇ ਵਿੱਚੋਂ ਲਗਾਤਾਰ ਸਟੂਡੈਂਟ ਜਿਹੜੇ ਨੇ ਵਿਦੇਸ਼ਾਂ ਨੂੰ ਪਲਾਨ ਕਰ ਰਹੇ ਨੇ, ਚਾਹੇ ਪੜ੍ਹਾਈ ਨੂੰ ਲੈ ਕੇ ਗੱਲ ਕੀਤੀ ਜਾਵੇ ਜਾਂ ਜਿਹੜਾ ਵੱਡਾ ਫੈਕਟਰ ਹੈ ਸਟੂਡੈਂਟ ਜਿਹੜੇ ਨੇ ਇਹਨਾਂ ਦਾ ਜਿਹੜਾ ਧਿਆਨ ਹੈ ਬਾਹਰ ਵੱਲ ਲੱਗਾ ਹੈ। 90% ਤੱਕ ਜਿਹੜੇ ਕਾਲਜਾਂ ਦੇ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲਿਆ ਹੈ। ਪੰਜਾਬ ਦੇ ਬਹੁਤ ਸਾਰੇ ਕਾਲਜ ਨੇ ਜਿਹੜੇ ਉਹ ਬੰਦ ਹੋ ਚੁੱਕੇ ਨੇ। 1.25 ਲੱਖ ਸਟੂਡੈਂਟ ਪਿਛਲੇ ਸਾਲ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਸਟੱਡੀ ਵੀਜ਼ੇ ਤੇ ਗਿਆ ਹੈ। ਤਾਂ ਸਾਡੇ ਨਾਲ ਇਸ ਵਕਤ ਅੰਮ੍ਰਿਤਸਰ ਦੇ ਖਾਲਸਾ ਕਾਲਜ ਦੇ ਵਿਦਿਆਰਥੀ ਨੇ। ਅਸੀਂ ਗੱਲਬਾਤ ਕਰਾਂਗੇ, ਵਿਦਿਆਰਥੀਆਂ ਦੇ ਕੋਲੋਂ ਜਾਣਕਾਰੀ ਲਵਾਂਗੇ ਕਿ ਕੀ ਵਿਦਿਆਰਥੀਆਂ ਦੇ ਮਨਾਂ ਦੇ ਵਿੱਚ ਅਜਿਹੀ ਗੱਲ ਹੁੰਦੀ ਹੈ, ਕਿਹੜੀ ਭਾਵਨਾ ਹੁੰਦੀ ਹੈ ਕਿ ਸਟੂਡੈਂਟ ਜਿਹੜੇ ਨੇ ਉਹ ਵਿਦੇਸ਼ਾਂ ਵੱਲ ਪਲਾਨ ਕਰ ਰਹੇ। ਸਰ ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਜੀ ਰਣਜੋਤ ਸਿੰਘ। ਰਣਜੋਤ ਸਿੰਘ ਜੀ ਕਿਹੜੀ ਕਲਾਸ 'ਚ ਪੜ੍ਹਦੇ ਹੋ ਤੁਸੀਂ? ਮੈਂ ਜੀ ਇੱਥੇ ਗ੍ਰੈਜੂਏਸ਼ਨ ਕਰ ਰਿਹਾ BS ਸੋਸ਼ਲ ਸਾਇੰਸ। ਰਣਜੋਤ ਜੀ ਕੀ ਤੁਸੀਂ ਸੋਚਦੇ ਜੇ ਸਭ ਤੋਂ ਪਹਿਲਾਂ ਤੁਸੀਂ ਸਰਵੇਖਣ ਦੇਖਿਆ ਹੋਏਗਾ, ਸੁਣਿਆ ਹੋਏਗਾ 1.25 ਲੱਖ ਦੇ ਕਰੀਬ ਸਟੂਡੈਂਟ ਜਿਹੜੇ ਨੇ ਕੱਲ ਇੱਕ ਸਰਵੇਖਣ ਛਪਿਆ ਕਾਲਜ ਬੰਦ ਹੋਣ ਦੀ ਕਗਾਰ ਤੇ ਆ ਗਏ ਨੇ। ਕੀ ਕਾਰਨ ਸਮਝਦੇ ਜੇ ਕਿ ਸਟੂਡੈਂਟ ਜਿਹੜੇ ਨੇ ਵਿਦੇਸ਼ਾਂ ਵੱਲ ਸਟੱਡੀ ਵੱਲ ਪਲਾਨ ਕਰ ਰਹੇ ਨੇ, ਉੱਥੇ ਸੈੱਟ ਹੋਣ ਦੀ ਉਹਨਾਂ ਦੇ ਦਿਮਾਗ 'ਚ ਗੱਲ ਚੱਲ ਰਹੀ ਹੈ? ਦੇਖੋ ਸਰ, ਇਹਦੇ 'ਚ ਕਾਫੀ ਕਾਰਨ ਆ। ਹੁਣ ਜਿੱਦਾਂ ਆਪਾਂ ਦੇਖ ਸਕਦੇ ਹਾਂ ਵੀ ਇੱਥੇ ਇੱਕ ਆਪਣੇ ਸਿਕਿਉਰਿਟੀ ਨਹੀਂ ਗੀ, ਸੋਸ਼ਲ ਸਿਕਿਉਰਿਟੀ ਨਹੀਂ ਗੀ, ਫਾਈਨੈਂਸ਼ੀਅਲ ਸਿਕਿਉਰਿਟੀ ਨਹੀਂ ਗੀ। ਅਲਟੀਮੇਟਲੀ ਗੋਲ ਕੀ ਆਪਣਾ, ਮੈਂ ਜੇ ਇੱਥੇ ਸਟੱਡੀ ਕਰ ਰਿਹਾ ਤਾਂ ਮੇਰਾ ਗੋਲ ਹੋਊਗਾ ਕਿ ਆਪਣੀ ਫੈਮਿਲੀ ਨੂੰ ਇੱਕ ਲਿਵਿੰਗਹੁੱਡ ਪ੍ਰੋਵਾਈਡ ਕਰਨਾ। ਉਹ ਚੀਜ਼ ਇੱਥੇ ਨਹੀਂ ਹੋ ਰਹੀ। ਹੁਣ ਇੱਥੇ ਜੇ ਆਪਾਂ ਰਹਿਣਾ, ਲਿਵਿੰਗਹੁੱਡ ਅਰਨ ਕਰਨਾ, ਉਹਦੇ 2-3 ਤਰੀਕੇ ਆ। ਜਾਂ ਤਾਂ ਆਪਾਂ ਖੇਤੀ ਕਰ ਲਾਂਗੇ, ਜਾਂ ਆਪਾਂ ਵਪਾਰ ਕਰ ਲਾਂਗੇ, ਜਾਂ ਫਿਰ ਆਪਾਂ ਕੋਈ ਜੌਬ ਲਵਾਂਗੇ। ਹੁਣ ਜੇ ਆਪਾਂ ਇਹਨਾਂ ਤਿੰਨਾਂ ਨੂੰ ਨਿਰੀਖਣ ਕਰੀਏ, ਇਹਨਾਂ ਤਿੰਨਾਂ ਦਾ, ਤਾਂ ਅੱਜ ਹਾਂਜੀ ਤੇ ਅੱਜ ਦੇ ਟਾਈਮ ਦੇ ਵਿੱਚ ਖੇਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਗਰੋਥ ਕਿੱਦਾਂ ਦੀ ਹੋ ਰਹੀ ਆ। ਹੁਣ ਕੱਲ ਆਪਾਂ ਬਜਟ ਵੀ ਦੇਖਿਆ, ਉਹਦੇ ਵਿੱਚ ਵੀ ਕੋਈ ਇੰਨਾ ਖਾਸ ਖੇਤੀ ਨੂੰ ਪ੍ਰਭਾਵਿਤ ਨਹੀਂ, ਕੋਈ ਸਕੀਮਾਂ 'ਚ ਕੋਈ ਇੰਨਾ ਯੋਗਦਾਨ ਨਹੀਂ ਗਾ ਵੀ ਜਿਹਦੇ ਨਾਲ ਉਹ ਪ੍ਰਫੁੱਲਿਤ ਹੋ ਸਕੇ। ਉਦੋਂ ਬਾਅਦ ਜੇ ਆਪਾਂ ਗੱਲ ਕਰੀਏ ਵਪਾਰ ਦੀ, ਤਾਂ ਛੋਟਾ ਵਪਾਰੀ ਅੱਜ ਦੀ ਤਰੀਕ ਵਿੱਚ ਆਪਣੇ ਦੇਸ਼ ਵਿੱਚ ਉੱਦਾਂ ਹੀ ਕਾਮਯਾਬ ਨਹੀਂ, ਉਹਨੂੰ ਬਹੁਤ ਮਾਰਾਂ ਪੈ ਰਹੀਆਂ GST ਦੀਆਂ ਵਗੈਰਾ ਵਗੈਰਾ। ਤੇ ਉਦੋਂ ਬਾਅਦ ਆ ਗਈਆਂ ਜੌਬ ਕ੍ਰੀਏਸ਼ਨ ਆਪਣੇ ਦੇਸ਼ ਵਿੱਚ ਇੱਕ ਬਹੁਤ ਹੀ ਮਤਲਬ ਖਤਮ ਹੋਣ ਦੀ ਕਦਾਰ ਤੇ ਆਇਆ ਪਿਆ। ਬਹੁਤ ਸਾਰੇ ਗਵਰਨਮੈਂਟਸ ਅਦਾਰੇ ਪ੍ਰਾਈਵੇਟ ਹੋ ਰਹੇ ਆ, ਜੌਬਸ ਬਹੁਤ ਘੱਟ ਪ੍ਰੋਵਾਈਡ ਹੋ ਰਹੀਆਂ। ਤਾਂ ਅਲਟੀਮੇਟਲੀ ਆਪਾਂ ਲਿਵਿੰਗਹੁੱਡ ਕਿੱਥੋਂ ਅਰਨ ਕਰਾਂਗੇ? ਤਾਂ ਫਿਰ ਇਹੀ ਕਾਰਨ ਬਣਦਾ ਕਿ ਜਿਹੜਾ ਸਟੂਡੈਂਟ ਆ ਉਹ ਬਾਹਰ ਦੀ ਕੂਚ ਕਰਦਾ, ਔਖੇ ਸੌਖੇ ਆਪਣੇ ਪੇਰੈਂਟਸ ਦਾ ਜਿੱਦਾਂ ਵੀ ਕੁਛ ਵੇਚ ਵੱਟ ਕੇ ਜਿੱਦਾਂ ਵੀ ਜਾਂਦਾ, ਆਪਣੇ ਪੇਰੈਂਟਸ ਦੀ ਸੇਵਿੰਗ ਲਗਾ ਕੇ ਉਹ ਬਾਹਰ ਦੀ ਕੂਚ ਕਰਦੇ ਆ। ਬਈ ਉੱਥੇ ਜਿੱਦਾਂ ਦਾ ਵੀ ਵਰਕ ਲਾਈਫ ਆ, ਭਾਵੇਂ ਉਹ ਕੁਛ ਮਰਜ਼ੀ ਕਰਨ, ਭਾਵੇਂ ਉੱਥੇ ਜਿੱਦਾਂ ਦੀ ਮਰਜ਼ੀ ਵਰਕ ਲਾਈਫ ਆ ਉਹਨਾਂ ਦੀ, ਕੋਈ ਹਾਇਰ ਲੈਵਲ ਦੀ ਜੌਬ ਕਰਨ, ਲੋਅਰ ਲੈਵਲ ਦੀ ਜੌਬ ਕਰਨ, ਬਟ ਉਹਨਾਂ ਨੂੰ ਇੱਕ ਫਾਈਨੈਂਸ਼ੀਅਲ ਸਿਕਿਉਰਿਟੀ ਹੈ, ਇੱਕ ਸੋਸ਼ਲ ਸਿਕਿਉਰਿਟੀ ਆ। ਤਾਂ ਕਰਕੇ ਸਟੂਡੈਂਟ ਪ੍ਰੈਫਰ ਕਰਦਾ ਵੀ ਇੱਥੇ ਰਹਿਣ ਨਾਲੋਂ, ਆਪਣਾ ਟਾਈਮ ਵੇਸਟ ਕਰਨ ਨਾਲੋਂ ਉਹ ਬਾਹਰ ਜਾਣਾ ਜ਼ਿਆਦਾ ਪ੍ਰੈਫਰ ਕਰਦਾ। ਸਰ ਰਣਜੋਤ ਜੀ, ਮੈਂ ਇਹ ਜਾਣਨਾ ਚਾਹੁੰਦਾ ਕਿ ਇਹ ਸਟੂਡੈਂਟ ਦੇ ਮਨ ਦੇ ਵਿੱਚ ਵੀ ਬਾਹਰ ਜਾਣ ਦੀ ਗੱਲ ਹੈ ਜਾਂ ਪੇਰੈਂਟਸ ਦਾ ਵੀ ਕਿਤੇ ਨਾ ਕਿਤੇ ਦਬਾਅ ਰਹਿੰਦਾ ਹੈ, ਜਾਂ ਦਿਮਾਗ 'ਚ ਕਿਹੜੀਆਂ ਗੱਲਾਂ ਆਉਂਦੀਆਂ ਨੇ ਸਟੂਡੈਂਟ ਜਿਹੜਾ ਬਾਹਰ ਜਾਣ ਦੀ ਸੋਚ ਲੈਂਦੇ? ਦੇਖੋ ਜੀ, ਇਹਦੇ 'ਚ ਵੀ ਕਾਫੀ ਗੱਲਾਂ ਨੇ। ਹੁਣ ਤੁਸੀਂ ਦੇਖੋ, ਇੱਕ ਅੱਜ ਦੇ ਟਾਈਮ ਵਿੱਚ ਕੋਈ ਵੀ ਸਟੂਡੈਂਟ +2 ਕੰਪਲੀਟ ਕਰਦਾ ਤਾਂ ਇੱਕ ਆਪਣਾ ਹੁਣ ਸੋਸ਼ਲ ਸਟਰਕਚਰ ਹੀ ਇੱਦਾਂ ਦਾ ਬਣ ਗਿਆ ਕਿ ਕੋਈ ਨਾ ਕੋਈ ਉਹਦਾ ਰਿਲੇਟਿਵਸ, ਫਰੈਂਡ ਸਰਕਲ ਕੋਈ ਨਾ ਕੋਈ ਬਾਹਰ ਗਿਆ ਹੋਇਆ। ਤਾਂ ਉਹ ਵੀ ਇੱਕ ਫੈਕਟਰ ਬਣ ਜਾਂਦਾ ਵੀ ਪੇਰੈਂਟਸ ਵੀ ਕਹਿੰਦੇ ਆ ਵੀ ਸਾਡਾ ਬੱਚਾ ਵੀ ਬਾਹਰ ਹੋਵੇ। ਪਲੱਸ ਇੱਕ ਸਟੂਡੈਂਟ, ਜੇ ਮੈਂ ਦੇਖਾਂ ਵੀ ਅੱਜ ਦਾ ਲਾਈਫ ਸਟਾਈਲ, ਜੇ ਮੈਂ ਇੰਡੀਅਨ ਲਾਈਫ ਸਟਾਈਲ ਨੂੰ ਕੰਪੇਅਰ ਕਰਾਂ ਇੱਕ ਕੈਨੇਡਾ ਦੇ ਲਾਈਫ ਸਟਾਈਲ ਨਾਲ, ਤਾਂ ਉੱਥੋਂ ਦਾ ਲਾਈਫ ਸਟਾਈਲ ਬਹੁਤ ਹਾਈ ਆ। ਤਾਂ ਉਹ ਵੀ ਇੱਕ ਆਪਣਾ ਇੰਟਰਸਟ ਬਣ ਜਾਂਦਾ ਵੀ ਲੈਟਸ ਹੈਵ, ਆਪਾਂ ਆਪਦਾ ਲਾਈਫ ਸਟਾਈਲ ਇੰਪਰੂਵ ਕਰੀਏ, ਤਾਂ ਆਪਾਂ ਲਿਵਿੰਗ ਸਟੈਂਡਰਡ ਅਪ ਕਰੀਏ। ਇਹ ਵੀ ਫੈਕਟਰ ਨੇ। ਰਣਜੋਤ ਜੀ, ਕਿਵੇਂ ਦੂਰ ਕੀਤੇ ਜਾ ਸਕਦੇ ਨੇ ਇਹ ਫੈਕਟਰ, ਜਿਹੜਾ ਵਿਦਿਆਰਥੀ ਇੱਥੇ ਹੀ ਰਹਿਣ, ਜੇ ਉਹਨਾਂ ਦੇ ਦਿਮਾਗ 'ਚ ਗੱਲ ਆ ਜੇ ਕਿ ਹਾਂ ਵੀ ਇਹੋ ਹੀ ਆਪਣਾ ਦੇਸ਼, ਆਪਣੇ ਤੋਂ ਦੂਰ ਜਾਣਾ ਬੜਾ ਟਫ ਹੈ ਜੀ ਆਪਣਾ ਸਰਕਲ ਤੋਂ, ਤਾਂ ਕੀ ਕਰਨਾ ਚਾਹੀਦਾ ਜੀ? ਦੇਖੋ ਜੀ, ਇਹਦੇ 'ਚ 2-3 ਗੱਲਾਂ ਨੂੰ ਆਪਾਂ ਨੂੰ ਗੌਰ 'ਚ ਲਿਆਉਣਾ ਚਾਹੀਦਾ। ਵੀ ਪਹਿਲਾਂ ਤਾਂ ਆਪਣੇ ਸਟੂਡੈਂਟ ਆ ਜਿਹੜੇ ਉੱਥੇ ਬਾਹਰ ਜਾ ਕੇ ਕੋਈ ਵੀ ਮਤਲਬ ਨਿੱਕੇ ਤੋਂ ਨਿੱਕਾ ਕੰਮ ਕਰਨ ਲਈ ਵੀ ਤਿਆਰ ਆ, ਬਟ ਜੇ ਇੱਥੇ ਆ, ਜੇ ਮੈਂ ਕਹਾਂ ਵੀ ਮੈਂ ਆਪਣੀ ਖੇਤੀ ਕਰਨ ਲਈ ਤਿਆਰ ਨਹੀਂ ਗਾ, ਤਾਂ ਇਹ ਇੱਕ ਆਪਣਾ ਸੋਸ਼ਲ ਸਟਰਕਚਰ ਜਿਹੜਾ ਇਦਾਂ ਦਾ ਬਣ ਚੁੱਕਿਆ ਹੈ, ਇੱਕ ਤੁਸੀਂ ਕਹਿ ਲਓ ਇੱਕ ਰਿਜਿਡ ਸੋਸ਼ਲ ਸਟਰਕਚਰ ਬਣ ਚੁੱਕਿਆ, ਇਹਨੂੰ ਆਪਾਂ ਨੂੰ ਬ੍ਰੇਕ ਕਰਨਾ ਚਾਹੀਦਾ। ਉਸ ਤੋਂ ਬਾਅਦ ਗਵਰਨਮੈਂਟ ਨੂੰ ਥੋੜ੍ਹਾ ਜਿਹਾ ਜੌਬ ਕ੍ਰੀਏਸ਼ਨ ਨਾਲ, ਐਗਰੀਕਲਚਰ ਸੈਕਟਰ ਵੱਲ ਅਤੇ ਵਪਾਰ ਵੱਲ ਧਿਆਨ ਦੇਣਾ ਚਾਹੀਦਾ, ਤਾਂ ਕਰਕੇ ਰੋਜ਼ਗਾਰ ਮਿਲ ਸਕੇ, ਰੋਜ਼ਗਾਰ ਦੇ ਮੌਕੇ ਵਧਾਏ ਜਾ ਸਕਣ। ਹਾਂਜੀ, ਸਾਡੇ ਨਾਲ ਹੋਰ ਵੀ ਸਟੂਡੈਂਟ ਨੇ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਮਨਪ੍ਰੀਤ ਕੌਰ ਹੈ। ਮਨਪ੍ਰੀਤ ਕੌਰ ਜੀ, ਤੁਸੀਂ ਕੀ ਇਸ ਬਾਰੇ ਵਿਚਾਰ ਰੱਖਦੇ ਹੋ ਜਿਵੇਂ ਸਟੂਡੈਂਟ ਬਾਹਰ ਕੂਚ ਕਰ ਰਹੇ ਨੇ? ਹਾਂਜੀ ਸਰ, ਜਿਵੇਂ ਕਿਉਂਕਿ ਪ੍ਰੈਜ਼ੈਂਟ ਟਾਈਮ ਇਦਾਂ ਦਾ ਚੱਲ ਰਿਹਾ ਕਿ ਟ੍ਰੈਂਡ ਹੀ ਬਣ ਗਿਆ ਹੋਇਆ ਹੈ ਕਿ ਮਤਲਬ ਮੋਸਟਲੀ ਸਟੂਡੈਂਟਸ ਇਹੀ ਪ੍ਰੈਫਰ ਕਰਦੇ ਕਿ ਆਇਲਸ ਕਰੋ ਤੇ ਬਾਹਰ ਜਾਓ, ਕਿਉਂਕਿ ਮੇਨ ਉਹਨਾਂ ਨੂੰ ਇਹ ਆ ਕਿ ਇੱਧਰ ਅਸ਼ੋਰੈਂਸ ਨਹੀਂ ਹੈਗੀ ਕਿ ਜੇ ਆਪਾਂ ਪੜ੍ਹਦੇ ਪਏ ਆ ਤੇ ਆਪਾਂ ਨੂੰ ਇੰਪਲੋਇਮੈਂਟ ਮਿਲੂਗੀ। ਕਿਉਂਕਿ ਰੀਸੈਂਟ ਜਿਹੜਾ ਬਜਟ ਵੀ ਆਇਆ ਉਹਦੇ ਵਿੱਚ ਵੀ ਜੌਬ ਕ੍ਰੀਏਸ਼ਨ ਵਿੱਚ ਬਾਰੇ ਕੋਈ ਵੀ ਇੰਨਾ ਵਧੀਆ ਜਿਹੜਾ ਇਹ ਨਹੀਂ ਕੰਟਰੀਬਿਊਸ਼ਨ ਕੀਤਾ ਗਿਆ। ਜਸਟ 38,000 ਜਿਹੜੀਆਂ ਇਹ ਟੀਚਰਸ ਵਾਸਤੇ ਜੌਬ ਕੱਢੀਆਂ ਗਈਆਂ ਹੈ।
ਜਦ ਕਿ ਆਪਣੀ ਜਿਹੜੀ ਪੋਪੂਲੇਸ਼ਨ ਆ ਉਹ 150 ਕਰੋੜ ਆ ਤੇ 38,000 ਇਨਫ ਨਹੀਂ ਹੈ ਕਿ ਸਾਰਿਆਂ ਨੂੰ ਮਿਲ ਸਕੇ। ਤੇ ਇਸ ਤੋਂ ਇਲਾਵਾ ਇਹ ਆ ਕਿ ਜੇ ਇੰਪਲੋਇਮੈਂਟ ਜੇ ਕੋਈ ਇੱਧਰ ਰਹਿ ਕੇ ਚਾਹੁੰਦਾ ਵੀ ਹੈ ਕਿ ਮੈਂ ਕਰਾਂ ਕਿ ਕੋਈ ਜੋਬ ਲਵਾਂ ਤੇ ਉਹਦੇ ਵਿੱਚ ਪੋਲੀਟੀਕਲ ਇੰਟਰਵੈਂਸ਼ਨ ਬੜੀ ਆ ਜਾਂਦੀ ਆ, ਕਿਉਂਕਿ ਆਪਾਂ ਪੀਐਨ ਦੀ ਵੀ ਜੋਬ ਲੈਣੀ ਹੋਵੇ ਤੇ ਉਹਦੇ ਵਿੱਚ ਵੀ ਕਰਪਸ਼ਨ ਚੱਲਦੀ ਪਈ ਆ। ਬ੍ਰਾਈਬ ਦੇ ਕੇ ਤੇ ਫਿਰ ਆਪਾਂ ਪੀਐਨ ਦੀ ਜੋਬ ਹੀ ਲੈ ਰਹੇ ਆ। ਫਿਰ ਇਹਦੇ ਨਾਲੋਂ ਬੱਚੇ ਜਿਹੜੇ ਪ੍ਰੈਫਰ ਕਰਦੇ ਆ ਕਿ ਜੇ 20 ਲੱਖ 15 ਲੱਖ ਲਾ ਕੇ ਤੇ ਆਪਾਂ ਬਾਹਰ ਜਾਂਦੇ ਆ ਤੇ ਉੱਥੇ ਆਪਣੀ ਇੱਕ ਅਸ਼ੋਰੈਂਸ ਮਿਲ ਜਾਂਦੀ ਆ ਕਿ ਸਟੱਡੀ ਵੀ ਕੰਟੀਨਿਊ ਕਰ ਸਕਦੇ ਆ ਐਜ਼ ਵੈਲ ਐਜ਼ ਕਿ ਆਪਾਂ ਵਧੀਆ ਆਪਣਾ ਕਮਾ ਵੀ ਸਕਦੇ ਆ ਤੇ ਆਪਣੀ ਫੈਮਿਲੀ ਨੂੰ ਵੀ ਜਿਹੜਾ ਹੈ ਵਧੀਆ ਅਰਨਿੰਗ ਹੈਡ ਉਹਨਾਂ ਦਾ ਬਣ ਸਕਦਾ। ਪੰਜਾਬ ਦੇ ਵਿੱਚੋਂ ਲਗਾਤਾਰ ਸਟੂਡੈਂਟ ਜਿਹੜੇ ਨੇ ਵਿਦੇਸ਼ਾਂ ਨੂੰ ਪਲਾਨ ਕਰ ਰਹੇ ਨੇ, ਚਾਹੇ ਪੜ੍ਹਾਈ ਨੂੰ ਲੈ ਕੇ ਗੱਲ ਕੀਤੀ ਜਾਵੇ ਜਾਂ ਜਿਹੜਾ ਵੱਡਾ ਫੈਕਟਰ ਹੈ ਸਟੂਡੈਂਟ ਜਿਹੜੇ ਨੇ ਇਹਨਾਂ ਦਾ ਜਿਹੜਾ ਧਿਆਨ ਹੈ ਬਾਹਰ ਵੱਲ ਲੱਗਾ ਹੈ। 90% ਤੱਕ ਜਿਹੜੇ ਕਾਲਜਾਂ ਦੇ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲਿਆ ਹੈ। ਪੰਜਾਬ ਦੇ ਬਹੁਤ ਸਾਰੇ ਕਾਲਜ ਨੇ ਜਿਹੜੇ ਉਹ ਬੰਦ ਹੋ ਚੁੱਕੇ ਨੇ। 1.25 ਲੱਖ ਸਟੂਡੈਂਟ ਪਿਛਲੇ ਸਾਲ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਸਟੱਡੀ ਵੀਜ਼ੇ ਤੇ ਗਿਆ ਹੈ। ਤਾਂ ਸਾਡੇ ਨਾਲ ਇਸ ਵਕਤ ਅੰਮ੍ਰਿਤਸਰ ਦੇ ਖਾਲਸਾ ਕਾਲਜ ਦੇ ਵਿਦਿਆਰਥੀ ਨੇ। ਅਸੀਂ ਗੱਲਬਾਤ ਕਰਾਂਗੇ, ਵਿਦਿਆਰਥੀਆਂ ਦੇ ਕੋਲੋਂ ਜਾਣਕਾਰੀ ਲਵਾਂਗੇ ਕਿ ਕੀ ਵਿਦਿਆਰਥੀਆਂ ਦੇ ਮਨਾਂ ਦੇ ਵਿੱਚ ਅਜਿਹੀ ਗੱਲ ਹੁੰਦੀ ਹੈ, ਕਿਹੜੀ ਭਾਵਨਾ ਹੁੰਦੀ ਹੈ ਕਿ ਸਟੂਡੈਂਟ ਜਿਹੜੇ ਨੇ ਉਹ ਵਿਦੇਸ਼ਾਂ ਵੱਲ ਪਲਾਨ ਕਰ ਰਹੇ। ਸਰ ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਜੀ ਰਣਜੋਤ ਸਿੰਘ। ਰਣਜੋਤ ਸਿੰਘ ਜੀ ਕਿਹੜੀ ਕਲਾਸ ਪੜ੍ਹਦੇ ਹੋ ਤੁਸੀਂ? ਮੈਂ ਜੀ ਇੱਥੇ ਗ੍ਰੈਜੂਏਸ਼ਨ ਕਰ ਰਿਹਾ BA ਸੋਸ਼ਲ ਸਾਇੰਸ। ਰਣਜੋਤ ਜੀ ਕੀ ਤੁਸੀਂ ਸੋਚਦੇ ਜੇ ਸਭ ਤੋਂ ਪਹਿਲਾਂ ਤੁਸੀਂ ਸਰਵੇਖਣ ਦੇਖਿਆ ਹੋਵੇਗਾ, ਸੁਣਿਆ ਹੋਵੇਗਾ 1.25 ਲੱਖ ਦੇ ਕਰੀਬ ਸਟੂਡੈਂਟ ਜਿਹੜੇ ਨੇ ਕੱਲ ਇੱਕ ਸਰਵੇਖਣ ਛਪਿਆ ਕਾਲਜ ਬੰਦ ਹੋਣ ਦੀ ਕਗਾਰ ਤੇ ਆ ਗਏ ਨੇ। ਕੀ ਕਾਰਨ ਸਮਝਦੇ ਜੇ ਕਿ ਸਟੂਡੈਂਟ ਜਿਹੜੇ ਨੇ ਵਿਦੇਸ਼ਾਂ ਵੱਲ ਸਟੱਡੀ ਵੱਲ ਪਲਾਨ ਕਰ ਰਹੇ ਨੇ, ਉੱਥੇ ਸੈੱਟ ਹੋਣ ਦੀ ਉਹਨਾਂ ਦੇ ਦਿਮਾਗ 'ਚ ਗੱਲ ਚੱਲ ਰਹੀ? ਦੇਖੋ ਸਰ, ਇਹਦੇ 'ਚ ਕਾਫੀ ਕਾਰਨ ਆ। ਹੁਣ ਜਿੱਦਾਂ ਆਪਾਂ ਦੇਖ ਸਕਦੇ ਹਾਂ ਵੀ ਇੱਥੇ ਇੱਕ ਆਪਣੇ ਸਿਕਿਉਰਿਟੀ ਨਹੀਂ ਗੀ, ਸੋਸ਼ਲ ਸਿਕਿਉਰਿਟੀ ਨਹੀਂ ਗੀ, ਫਾਈਨੈਂਸ਼ੀਅਲ ਸਿਕਿਉਰਿਟੀ ਨਹੀਂ ਗੀ। ਅਲਟੀਮੇਟਲੀ ਗੋਲ ਕੀ ਆਪਣਾ, ਮੈਂ ਜੇ ਇੱਥੇ ਸਟੱਡੀ ਕਰ ਰਿਹਾ ਤਾਂ ਮੇਰਾ ਗੋਲ ਹੋਊਗਾ ਕਿ ਆਪਣੀ ਫੈਮਿਲੀ ਨੂੰ ਇੱਕ ਲਿਵਿੰਗਹੁੱਡ ਪ੍ਰੋਵਾਈਡ ਕਰਨਾ। ਉਹ ਚੀਜ਼ ਇੱਥੇ ਨਹੀਂ ਹੋ ਰਹੀ। ਹੁਣ ਇੱਥੇ ਜੇ ਆਪਾਂ ਰਹਿਣਾ, ਲਿਵਿੰਗਹੁੱਡ ਅਰਨ ਕਰਨਾ, ਉਹਦੇ 2-3 ਤਰੀਕੇ ਆ। ਜਾਂ ਤਾਂ ਆਪਾਂ ਖੇਤੀ ਕਰ ਲਾਂਗੇ, ਜਾਂ ਆਪਾਂ ਵਪਾਰ ਕਰ ਲਾਂਗੇ, ਜਾਂ ਫਿਰ ਆਪਾਂ ਕੋਈ ਜੋਬ ਲਵਾਂਗੇ। ਹੁਣ ਜੇ ਆਪਾਂ ਇਹਨਾਂ ਤਿੰਨਾਂ ਨੂੰ ਨਿਰੀਖਣ ਕਰੀਏ, ਇਹਨਾਂ ਤਿੰਨਾਂ ਦਾ, ਤਾਂ ਤੇ ਅੱਜ ਦੇ ਟਾਈਮ ਦੇ ਵਿੱਚ ਖੇਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਗਰੋਥ ਕਿੱਦਾਂ ਦੀ ਹੋ ਰਹੀ ਆ। ਹੁਣ ਕੱਲ ਆਪਾਂ ਬਜਟ ਵੀ ਦੇਖਿਆ, ਉਹਦੇ ਵਿੱਚ ਵੀ ਕੋਈ ਇੰਨਾ ਖਾਸ ਖੇਤੀ ਨੂੰ ਪ੍ਰਭਾਵਿਤ ਨਹੀਂ, ਕੋਈ ਸਕੀਮਾਂ 'ਚ ਕੋਈ ਇੰਨਾ ਯੋਗਦਾਨ ਨਹੀਂ ਗਾ ਵੀ ਜਿਹਦੇ ਨਾਲ ਉਹ ਪ੍ਰਫੁੱਲਿਤ ਹੋ ਸਕੇ। ਉਦੋਂ ਬਾਅਦ ਜੇ ਆਪਾਂ ਗੱਲ ਕਰੀਏ ਵਪਾਰ ਦੀ, ਤਾਂ ਛੋਟਾ ਵਪਾਰੀ ਅੱਜ ਦੀ ਤਰੀਕ ਵਿੱਚ ਆਪਣੇ ਦੇਸ਼ ਵਿੱਚ ਉੱਦਾਂ ਹੀ ਕਾਮਯਾਬ ਨਹੀਂ, ਉਹਨੂੰ ਬਹੁਤ ਮਾਰਾਂ ਪੈ ਰਹੀਆਂ GST ਦੀਆਂ ਵਗੈਰਾ ਵਗੈਰਾ। ਤੇ ਉਦੋਂ ਬਾਅਦ ਆ ਗਈਆਂ ਜੋਬ ਕ੍ਰੀਏਸ਼ਨ ਆਪਣੇ ਦੇਸ਼ ਵਿੱਚ ਇੱਕ ਬਹੁਤ ਹੀ ਮਤਲਬ ਖਤਮ ਹੋਣ ਦੀ ਕਦਾਰ 'ਤੇ ਆਇਆ ਪਿਆ। ਬਹੁਤ ਸਾਰੇ ਗਵਰਨਮੈਂਟਸ ਅਦਾਰੇ ਪ੍ਰਾਈਵੇਟ ਹੋ ਰਹੇ ਆ, ਜੋਬਸ ਬਹੁਤ ਘੱਟ ਪ੍ਰੋਵਾਈਡ ਹੋ ਰਹੀਆਂ। ਤਾਂ ਅਲਟੀਮੇਟਲੀ ਆਪਾਂ ਲਿਵਿੰਗਹੁੱਡ ਕਿੱਥੋਂ ਅਰਨ ਕਰਾਂਗੇ? ਤਾਂ ਫਿਰ ਇਹੀ ਕਾਰਨ ਬਣਦਾ ਕਿ ਜਿਹੜਾ ਸਟੂਡੈਂਟ ਆ ਉਹ ਬਾਹਰ ਦੀ ਕੂਚ ਕਰਦਾ, ਔਖੇ ਸੌਖੇ ਆਪਣੇ ਪੇਰੈਂਟਸ ਦਾ ਜਿੱਦਾਂ ਵੀ ਕੁਛ ਵੇਚ ਵੱਟ ਕੇ ਜਿੱਦਾਂ ਵੀ ਜਾਂਦਾ, ਆਪਣੇ ਪੇਰੈਂਟਸ ਦੀ ਸੇਵਿੰਗ ਲਗਾ ਕੇ ਉਹ ਬਾਹਰ ਦੀ ਕੂਚ ਕਰਦੇ ਆ। ਬਈ ਉੱਥੇ ਜਿੱਦਾਂ ਦਾ ਵੀ ਵਰਕ ਲਾਈਫ ਆ, ਭਾਵੇਂ ਉਹ ਕੁਛ ਮਰਜ਼ੀ ਕਰਨ, ਭਾਵੇਂ ਉੱਥੇ ਜਿੱਦਾਂ ਦੀ ਮਰਜ਼ੀ ਵਰਕ ਲਾਈਫ ਉਹਨਾਂ ਦੀ, ਕੋਈ ਹਾਇਰ ਲੈਵਲ ਦੀ ਜੋਬ ਕਰਨ, ਲੋਅਰ ਲੈਵਲ ਦੀ ਜੋਬ ਕਰਨ, ਬਟ ਉਹਨਾਂ ਨੂੰ ਇੱਕ ਫਾਈਨੈਂਸ਼ੀਅਲ ਸਿਕਿਉਰਿਟੀ ਹੈ, ਇੱਕ ਸੋਸ਼ਲ ਸਿਕਿਉਰਿਟੀ ਆ। ਤਾਂ ਕਰਕੇ ਸਟੂਡੈਂਟ ਪ੍ਰੈਫਰ ਕਰਦਾ ਵੀ ਇੱਥੇ ਰਹਿਣ ਨਾਲੋਂ, ਆਪਣਾ ਟਾਈਮ ਵੇਸਟ ਕਰਨ ਨਾਲੋਂ ਉਹ ਬਾਹਰ ਜਾਣਾ ਜ਼ਿਆਦਾ ਪ੍ਰੈਫਰ ਕਰਦਾ। ਸਰ ਰਣਜੋਤ ਜੀ, ਮੈਂ ਇਹ ਜਾਣਨਾ ਚਾਹੁੰਦਾ ਕਿ ਇਹ ਸਟੂਡੈਂਟ ਦੇ ਮਨ ਦੇ ਵਿੱਚ ਵੀ ਬਾਹਰ ਜਾਣ ਦੀ ਗੱਲ ਹੈ ਜਾਂ ਪੇਰੈਂਟਸ ਦਾ ਵੀ ਕਿਤੇ ਨਾ ਕਿਤੇ ਦਬਾਅ ਰਹਿੰਦਾ ਹੈ, ਜਾਂ ਦਿਮਾਗ 'ਚ ਕਿਹੜੀਆਂ ਗੱਲਾਂ ਆਉਂਦੀਆਂ ਨੇ ਸਟੂਡੈਂਟ ਜਿਹੜਾ ਬਾਹਰ ਜਾਣ ਦੀ ਸੋਚਦੇ ਨੇ? ਦੇਖੋ ਜੀ, ਇਹਦੇ 'ਚ ਵੀ ਕਾਫੀ ਗੱਲਾਂ ਨੇ। ਹੁਣ ਤੁਸੀਂ ਦੇਖੋ, ਇੱਕ ਅੱਜ ਦੇ ਟਾਈਮ ਵਿੱਚ ਕੋਈ ਵੀ ਸਟੂਡੈਂਟ +2 ਕੰਪਲੀਟ ਕਰਦਾ ਤਾਂ ਇੱਕ ਆਪਣਾ ਹੁਣ ਸੋਸ਼ਲ ਸਟਰਕਚਰ ਹੀ ਇੱਦਾਂ ਦਾ ਬਣ ਗਿਆ ਕਿ ਕੋਈ ਨਾ ਕੋਈ ਉਹਦਾ ਰਿਲੇਟਿਵਸ, ਫਰੈਂਡ ਸਰਕਲ ਕੋਈ ਨਾ ਕੋਈ ਬਾਹਰ ਗਿਆ ਹੋਇਆ। ਤਾਂ ਉਹ ਵੀ ਇੱਕ ਫੈਕਟਰ ਬਣ ਜਾਂਦਾ ਵੀ ਪੇਰੈਂਟਸ ਵੀ ਕਹਿੰਦੇ ਆ ਵੀ ਸਾਡਾ ਬੱਚਾ ਵੀ ਬਾਹਰ ਹੋਵੇ। ਪਲੱਸ ਇੱਕ ਸਟੂਡੈਂਟ, ਜੇ ਮੈਂ ਦੇਖਾਂ ਵੀ ਅੱਜ ਦਾ ਲਾਈਫ ਸਟਾਈਲ, ਜੇ ਮੈਂ ਇੰਡੀਅਨ ਲਾਈਫ ਸਟਾਈਲ ਨੂੰ ਕੰਪੇਅਰ ਕਰਾਂ ਇੱਕ ਕੈਨੇਡਾ ਦੇ ਲਾਈਫ ਸਟਾਈਲ ਨਾਲ, ਤਾਂ ਉੱਥੋਂ ਦਾ ਲਾਈਫ ਸਟਾਈਲ ਬਹੁਤ ਹਾਈ ਆ। ਤਾਂ ਉਹ ਵੀ ਇੱਕ ਆਪਣਾ ਇੰਟਰਸਟ ਬਣ ਜਾਂਦਾ ਵੀ ਲੈਟਸ ਹੈਵ, ਆਪਾਂ ਆਪਦਾ ਲਾਈਫ ਸਟਾਈਲ ਇੰਪਰੂਵ ਕਰੀਏ, ਤਾਂ ਆਪਾਂ ਲਿਵਿੰਗ ਸਟੈਂਡਰਡ ਅਪ ਕਰੀਏ। ਇਹ ਵੀ ਫੈਕਟਰ ਨੇ। ਰਣਜੋਤ ਜੀ, ਕਿਵੇਂ ਦੂਰ ਕੀਤੇ ਜਾ ਸਕਦੇ ਨੇ ਇਹ ਫੈਕਟਰ, ਜਿਹੜਾ ਵਿਦਿਆਰਥੀ ਇੱਥੇ ਹੀ ਰਹਿਣ, ਜੇ ਉਹਨਾਂ ਦੇ ਦਿਮਾਗ 'ਚ ਗੱਲ ਆ ਜੇ ਕਿ ਹਾਂ ਵੀ ਇਹੋ ਹੀ ਆਪਣਾ ਦੇਸ਼, ਆਪਣਿਆਂ ਤੋਂ ਦੂਰ ਜਾਣਾ ਬੜਾ ਟਫ ਹੈ ਜੀ ਆਪਣਾ ਸਰਕਲ ਤੋਂ, ਤਾਂ ਕੀ ਕਰਨਾ ਚਾਹੀਦਾ ਜੀ? ਦੇਖੋ ਜੀ, ਇਹਦੇ 'ਚ 2-3 ਗੱਲਾਂ ਨੂੰ ਆਪਾਂ ਨੂੰ ਗੌਰ 'ਚ ਲਿਆਉਣਾ ਚਾਹੀਦਾ। ਵੀ ਪਹਿਲਾਂ ਤਾਂ ਆਪਣੇ ਸਟੂਡੈਂਟ ਆ ਜਿਹੜੇ ਉੱਥੇ ਬਾਹਰ ਜਾ ਕੇ ਕੋਈ ਵੀ ਮਤਲਬ ਨਿੱਕੇ ਤੋਂ ਨਿੱਕਾ ਕੰਮ ਕਰਨ ਲਈ ਵੀ ਤਿਆਰ ਆ, ਬਟ ਜੇ ਇੱਥੇ ਆ, ਜੇ ਮੈਂ ਕਹਾਂ ਵੀ ਮੈਂ ਆਪਣੀ ਖੇਤੀ ਕਰਨ ਲਈ ਤਿਆਰ ਨਹੀਂ ਗਾ, ਤਾਂ ਇਹ ਇੱਕ ਆਪਣਾ ਸੋਸ਼ਲ ਸਟਰਕਚਰ ਜਿਹੜਾ ਇੱਦਾਂ ਦਾ ਬਣ ਚੁੱਕਿਆ, ਇੱਕ ਤੁਸੀਂ ਕਹਿ ਲਓ ਇੱਕ ਰਿਜਿਡ ਸੋਸ਼ਲ ਸਟਰਕਚਰ ਬਣ ਚੁੱਕਿਆ। ਇਹਨੂੰ ਆਪਾਂ ਨੂੰ ਬ੍ਰੇਕ ਕਰਨਾ ਚਾਹੀਦਾ। ਉਸ ਤੋਂ ਬਾਅਦ ਗਵਰਨਮੈਂਟ ਨੂੰ ਥੋੜ੍ਹਾ ਜਿਹਾ ਜੋਬ ਕ੍ਰੀਏਸ਼ਨ ਨਾਲ, ਐਗਰੀਕਲਚਰ ਸੈਕਟਰ ਵੱਲ ਅਤੇ ਵਪਾਰ ਵੱਲ ਧਿਆਨ ਦੇਣਾ ਚਾਹੀਦਾ, ਤਾਂ ਕਰਕੇ ਰੋਜ਼ਗਾਰ ਮਿਲ ਸਕੇ, ਰੋਜ਼ਗਾਰ ਦੇ ਮੌਕੇ ਵਧਾਏ ਜਾ ਸਕਣ। ਹਾਂਜੀ, ਸਾਡੇ ਨਾਲ ਹੋਰ ਵੀ ਸਟੂਡੈਂਟ ਨੇ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਮਨਪ੍ਰੀਤ ਕੌਰ ਹੈ। ਮਨਪ੍ਰੀਤ ਕੌਰ ਜੀ, ਤੁਸੀਂ ਕੀ ਇਸ ਬਾਰੇ ਵਿਚਾਰ ਰੱਖਦੇ ਹੋ ਜਿਵੇਂ ਸਟੂਡੈਂਟ ਬਾਹਰ ਕੂਚ ਕਰ ਰਹੇ ਨੇ?
ਹਾਂਜੀ ਸਰ, ਜਿਵੇਂ ਕਿਉਂਕਿ ਪ੍ਰੈਜ਼ੈਂਟ ਟਾਈਮ ਇਦਾਂ ਦਾ ਚੱਲ ਰਿਹਾ ਕਿ ਟ੍ਰੈਂਡ ਹੀ ਬਣ ਗਿਆ ਹੋਇਆ ਹੈ ਕਿ ਮਤਲਬ ਮੋਸਟਲੀ ਸਟੂਡੈਂਟਸ ਇਹੀ ਪ੍ਰੈਫਰ ਕਰਦੇ ਕਿ ਆਇਲਸ ਕਰੋ ਤੇ ਬਾਹਰ ਜਾਓ, ਕਿਉਂਕਿ ਮੇਨ ਉਹਨਾਂ ਨੂੰ ਇਹ ਆ ਕਿ ਇੱਧਰ ਅਸ਼ੋਰੈਂਸ ਨਹੀਂ ਹੈਗੀ ਕਿ ਜੇ ਆਪਾਂ ਪੜ੍ਹਦੇ ਪਏ ਆ ਤੇ ਆਪਾਂ ਨੂੰ ਇੰਪਲੋਇਮੈਂਟ ਮਿਲੂਗੀ, ਕਿਉਂਕਿ ਰੀਸੈਂਟ ਜਿਹੜਾ ਬਜਟ ਵੀ ਆਇਆ ਉਹਦੇ ਵਿੱਚ ਵੀ ਜੌਬ ਕ੍ਰੀਏਸ਼ਨ ਵਿੱਚ ਬਾਰੇ ਕੋਈ ਵੀ ਇੰਨਾ ਵਧੀਆ ਜਿਹੜਾ ਇਹ ਨਹੀਂ ਕੰਟਰੀਬਿਊਸ਼ਨ ਕੀਤਾ ਗਿਆ। ਜਸਟ 38,000 ਜਿਹੜੀਆਂ ਇਹ ਟੀਚਰਸ ਵਾਸਤੇ ਜੌਬ ਕੱਢੀਆਂ ਗਈਆਂ ਹੈ, ਜਦ ਕਿ ਆਪਣੀ ਜਿਹੜੀ ਪੋਪੂਲੇਸ਼ਨ ਆ ਉਹ 150 ਕਰੋੜ ਆ ਤੇ 38,000 ਇਨਫ ਨਹੀਂ ਹੈ ਕਿ ਸਾਰਿਆਂ ਨੂੰ ਮਿਲ ਸਕੇ। ਤੇ ਇਸ ਤੋਂ ਇਲਾਵਾ ਇਹ ਆ ਕਿ ਜੇ ਇੰਪਲੋਇਮੈਂਟ ਜੇ ਕੋਈ ਇੱਧਰ ਰਹਿ ਕੇ ਚਾਹੁੰਦਾ ਵੀ ਹੈ ਕਿ ਮੈਂ ਕਰਾਂ ਕਿ ਕੋਈ ਜੌਬ ਲਵਾਂ ਤੇ ਉਹਦੇ ਵਿੱਚ ਪੋਲੀਟੀਕਲ ਇੰਟਰਵੈਂਸ਼ਨ ਬੜੀ ਆ ਜਾਂਦੀ ਆ, ਕਿਉਂਕਿ ਆਪਾਂ ਪੀਐਨ ਦੀ ਵੀ ਜੌਬ ਲੈਣੀ ਹੋਵੇ ਤੇ ਉਹਦੇ ਵਿੱਚ ਵੀ ਕਰਪਸ਼ਨ ਚੱਲਦੀ ਪਈ ਆ, ਬ੍ਰਾਈਬ ਦੇ ਕੇ ਤੇ ਫਿਰ ਆਪਾਂ ਪੀਐਨ ਦੀ ਜੌਬ ਹੀ ਲੈ ਰਹੇ ਆ। ਫਿਰ ਇਹਦੇ ਨਾਲੋਂ ਬੱਚੇ ਜਿਹੜੇ ਪ੍ਰੈਫਰ ਕਰਦੇ ਆ ਕਿ ਜੇ 20 ਲੱਖ 15 ਲੱਖ ਲਾ ਕੇ ਤੇ ਆਪਾਂ ਬਾਹਰ ਜਾਂਦੇ ਆ ਤੇ ਉੱਥੇ ਆਪਣੇ ਇੱਕ ਅਸ਼ੋਰੈਂਸ ਮਿਲ ਜਾਂਦੀ ਆ ਕਿ ਸਟੱਡੀ ਵੀ ਕੰਟੀਨਿਊ ਕਰ ਸਕਦੇ ਆ ਐਜ਼ ਵੈਲ ਐਜ਼ ਕਿ ਆਪਾਂ ਵਧੀਆ ਆਪਣਾ ਕਮਾ ਵੀ ਸਕਦੇ ਆ ਤੇ ਆਪਣੀ ਫੈਮਿਲੀ ਨੂੰ ਵੀ ਜਿਹੜਾ ਹੈ ਵਧੀਆ ਅਰਨਿੰਗ ਹੈਡ ਉਹਨਾਂ ਦਾ ਬਣ ਸਕਦੇ ਆ। ਕਿੰਨੇ ਕੁ ਸਟੂਡੈਂਟ ਤੁਸੀਂ ਸੋਚਦੇ ਹੋ ਕਿ ਪਿਛਲੇ ਸਮੇਂ ਦੇ ਵਿੱਚ ਚਲੇ ਗਏ ਹੁਣ, ਜਿਹੜੇ ਸਰਕਲ ਦੇ ਵਿੱਚ ਤੁਸੀਂ ਵੀ ਗ੍ਰੈਜੂਏਸ਼ਨ ਦੇ ਸਟੂਡੈਂਟ ਹੋ, ਜਿਹੜੇ ਨੇ ਫਰਕ ਕਿੰਨਾ ਕੁ ਲੱਗਦਾ ਤੁਹਾਨੂੰ ਕਿ ਚਲੇ ਗਏ ਹੋਣਗੇ? ਸਰ, ਜਿਨ੍ਹਾਂ ਨੇ ਮੇਰੇ ਨਾਲ ਪਲੱਸ 2 ਜਿਹੜੇ ਪਾਸ ਆਊਟ ਹੋਏ ਸੀ ਉਹਨਾਂ ਵਿੱਚੋਂ ਮੇਰੇ ਫਰੈਂਡ ਸਰਕਲ ਵਿੱਚ ਆਲਮੋਸਟ ਸਾਰੇ ਚਲੇ ਗਏ ਹੋਏ ਆ ਤੇ ਕੁਝ ਕਿ ਇਹਦੇ ਕਰਕੇ ਰਹਿ ਗਏ ਸੀ ਕਿਉਂਕਿ ਕੋਵਿਡ ਆ ਗਿਆ ਸੀ ਤੇ ਉਹ ਵੀ ਹੁਣ ਉਹਨਾਂ ਦੀ ਮਤਲਬ ਪ੍ਰੈਪਰੇਸ਼ਨ ਹੋ ਗਈ ਹੋਈ ਆ ਕਿ ਆਫਟਰ ਕਿਉਂਕਿ ਗੈਪ ਨਾ ਕਵਰ ਹੋਵੇ, ਇਹਦੇ ਕਰਕੇ ਉਹਨਾਂ ਨੇ ਗ੍ਰੈਜੂਏਸ਼ਨ ਜਿਹੜੀ ਆ ਲੈ ਲਈ ਸੀ। ਹੁਣ ਆਫਟਰ ਜਿਹੜੀ ਗ੍ਰੈਜੂਏਸ਼ਨ ਆ ਉਹ ਵੀ ਮਤਲਬ ਫਾਈਲ ਉਹਨਾਂ ਨੇ ਲਾ ਦੇਣੀ ਆ ਤੇ ਉਹ ਵੀ ਮਤਲਬ ਤਿਆਰੀ ਕਰ ਰਹੇ ਆ ਕਿ ਬਾਹਰ ਹੀ ਜਾਇਆ ਜਾ। ਇੱਧਰ ਕੁਛ ਨਹੀਂ। ਤੁਹਾਡੇ ਨਾਲ ਸਟੂਡੈਂਟ ਗੱਲ ਕਰਦੇ ਹੋਣਗੇ, ਕਿੰਨੇ ਕੁ ਪੈਸੇ ਜਿਹੜੇ ਸੋਚਦੇ ਕਿ ਇੰਨੇ ਕੁ ਇਕੱਠੇ ਕਰ ਲਈਏ ਜਾਂ ਇੰਨੇ ਕੁ ਪੈਸੇ ਮਾਪਿਓ ਅਰੇਂਜ ਕਰ ਲੈਂਦੇ ਜਿਹੜੇ ਬਾਹਰ ਚਲੇ ਜਾਂਦੇ ਨੇ? 15 ਲੱਖ ਜਿਹੜਾ 15 to 20 ਲੱਖ ਜਿਹੜੇ ਆ ਮਤਲਬ ਇਨਫ ਹੁੰਦੇ ਆ ਕਿ ਆਪਾਂ ਅਬਰੋਡ ਜਾ ਸਕਦੇ। ਮਤਲਬ ਇਹ ਇਦਾਂ ਹੈ ਕਿ ਕਿਉਂਕਿ ਮੋਸਟਲੀ ਜਿਹੜਾ ਪੰਜਾਬ ਆ ਤੁਹਾਨੂੰ ਪਤਾ ਹੈ ਕਿ ਐਗਰੀਰੀਅਨ ਸੈਕਟਰ ਨੂੰ ਬਿਲੋਂਗ ਕਰਦੇ ਆ ਤੇ ਜ਼ਮੀਨਾਂ ਸਾਰਿਆਂ ਕੋਲ ਹੈਗੀਆਂ ਹੈ, ਚਾਹੇ ਕਿਸੇ ਦੀ 20 ਏਕੜ ਜ਼ਮੀਨ ਆ ਚਾਹੇ ਕਿਸੇ ਦੀ 2 ਏਕੜ। ਉਹਨਾਂ ਨੂੰ ਇਹ ਆ ਕਿ ਚਲੋ ਇਹ ਆ ਕਿ ਇੱਕ ਅਸ਼ੋਰੈਂਸ ਤਾਂ ਹੈਗੀ ਆ ਨਾ, ਜੇ ਆਪਾਂ ਦੋਨੋਂ ਕਿੱਲੇ ਜੇ ਕਿਸੇ ਦੀ 2 ਏਕੜ ਆ ਦੋਨੋਂ ਕਿੱਲੇ ਵੇਚ ਕੇ ਤੇ ਜੇ ਆਪਾਂ ਬਾਹਰ ਵੀ ਜਾਂਦੇ ਇੱਕ ਅਸ਼ੋਰੈਂਸ ਹੈਗੀ ਆ ਕਿ ਜੇ 20 ਲੱਖ ਲਾ ਲਾਂਗੇ ਤੇ ਆਪਾਂ ਨੂੰ ਮਿਲ ਤੇ ਜਾਊਗਾ ਨਾ, ਰਿਟਰਨਸ ਮਿਲਣ ਦੇ ਚਾਂਸਸ ਹੈਗੇ ਆ। ਤੇ ਜੇ ਉਹ ਆਪਾਂ ਇੱਥੇ ਇਨਵੈਸਟ ਕਰਦੇ ਆ ਤੇ ਚਾਂਸਸ ਨਹੀਂ, ਕੋਈ ਸਿਕਿਉਰਿਟੀ ਨਹੀਂ ਹੈਗੀ ਕਿ ਆਪਾਂ ਨੂੰ ਰਿਟਰਨਸ ਮਿਲਣਗੇ ਜਿਹੜੇ ਡਿਜ਼ਾਇਰੇਬਲ ਆ ਜਾਂ ਨਹੀਂ। ਬਹੁਤ ਵਧੀਆ ਜਿਹੜੇ ਵਿਚਾਰ ਨੇ ਖਾਲਸਾ ਕਾਲਜ ਦੇ ਸਟੂਡੈਂਟ ਰੱਖ ਰਹੇ ਨੇ। ਕੀ ਨਾਮ ਹੈ ਜੀ ਤੁਹਾਡਾ? ਮਨਵੀਰ ਕੌਰ। ਮਨਵੀਰ ਕੌਰ ਜੀ, ਤੁਸੀਂ ਕੀ ਇਸ ਦੇ ਫੈਕਟਰ ਮੰਨਦੇ ਜੇ ਸਟੂਡੈਂਟ ਦਾ ਜਿਵੇਂ ਲਗਾਤਾਰ ਪਲਾਇਨ ਹੋ ਰਿਹਾ ਜੀ? ਕਿਹੜੀ ਕਲਾਸ ਦੇ ਸਟੂਡੈਂਟ ਹੋ? ਬੀਏ ਸੋਸ਼ਲ ਸਾਇੰਸ। ਸੋਸ਼ਲ ਸਾਇੰਸ। ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਮੈਨੂੰ ਲੱਗਦਾ ਹੈ ਕਿ ਜਿਵੇਂ ਪੋਪੂਲੇਸ਼ਨ ਵੀ ਬਹੁਤ ਜ਼ਿਆਦਾ ਹੁਣ ਇਨਕਰੀਜ਼ ਹੋ ਗਿਆ, ਆਪਣੀ ਸਭ ਤੋਂ ਜ਼ਿਆਦਾ ਹੋ ਗਿਆ ਇੰਡੀਆ ਦੀ, ਤੇ ਬੱਚਿਆਂ ਨੂੰ ਇਹ ਲੱਗਦਾ ਹੈ ਕਿ ਇੰਨੇ ਬੱਚਿਆਂ ਵਿੱਚ ਸਾਡਾ ਕੀ ਲੈਵਲ ਆ, ਹੈ ਨਾ। ਉਹ ਮਤਲਬ ਸੋਚਦੇ ਆ ਕਿ ਨਹੀਂ ਮੈਂ ਇੰਨਾ ਕੰਪੀਟੀਸ਼ਨ ਨਹੀਂ ਦੇ ਸਕਦਾ ਕਿਸੇ ਹੋਰ ਬੱਚੇ ਨੂੰ, ਤੇ ਉਸ ਕਰਕੇ ਉਹਨਾਂ ਨੂੰ ਲੱਗਦਾ ਕਿ ਬਾਹਰ ਸੈਟਲਮੈਂਟ ਜ਼ਿਆਦਾ ਈਜ਼ੀ ਆ ਤੇ ਉੱਥੇ ਚਲ ਜਾਂਦੇ। ਉੱਥੇ ਭਾਵੇਂ ਉਹ ਕਿਤੇ ਵੀ ਕੰਮ ਕਰਨ, ਭਾਵੇਂ ਟਿਮ ਹਾਰਟਨ ਤੇ ਕਰਨ, ਹੈ ਨਾ, ਕੋਈ ਵੀ ਦਿਹਾੜੀ ਕਰਨ, ਉਹਨਾਂ ਨੂੰ ਮੈਟਰ ਨਹੀਂ ਕਰਦਾ ਕਿਉਂਕਿ ਉਹਨਾਂ ਨੂੰ ਉੱਥੇ ਲੋਕੀ ਨਹੀਂ ਵੇਖਦੇ, ਉੱਥੇ ਕੋਈ ਜੱਜ ਨਹੀਂ ਕਰਦਾ ਉਹਨਾਂ ਨੂੰ। ਇੱਥੇ ਉਹ ਭਾਵੇਂ ਕਰਨ ਤੇ ਲੋਕੀ ਹੱਸਦੇ ਵੀ ਆ, ਹੈ ਨਾ, ਮੌਕਿੰਗ ਵੀ ਹੋ ਜਾਂਦੀ ਹੈ ਕਿ ਨਹੀਂ। ਕੀ ਕਾਰਨ ਸਮਝਦੇ? ਬਿਲਕੁਲ ਮੈਂ ਇਸ ਬਾਰੇ ਜਾਣਨਾ ਚਾਹੁੰਦਾ ਕਿ ਸਟੂਡੈਂਟ ਵਾਕਿਆ ਹੀ ਉੱਥੇ ਜਿਵੇਂ ਤੁਸੀਂ ਗੱਲ ਕਹੀ ਕਿ ਉੱਥੇ ਕੋਈ ਵੀ ਕੰਮ ਕਰਨ ਲਈ ਤਿਆਰ ਹੋ ਜਾਂਦੇ ਨੇ, ਇੱਥੇ ਆਪਣੀ ਖੇਤੀ ਨਹੀਂ ਕਰ ਪਾਉਂਦੇ ਜਾਂ ਆਪਣੇ ਜਿਵੇਂ ਕੋਈ ਧੰਦਾ ਹੈ, ਕੋਈ ਦੁਕਾਨ ਨਹੀਂ ਕਰ ਰਿਹਾ, ਆਪਣੀ ਦੁਕਾਨ ਤੇ ਨਹੀਂ ਜਾ ਪਾਉਂਦੇ। ਕੀ ਬੱਚਿਆਂ ਦੇ ਮਨ 'ਚ ਚੱਲਦੀ ਹੈ? ਬਸ ਇਹੀ ਚੱਲਦੀ ਹੈ। ਸੋਸਾਇਟੀ 'ਚ ਜਿਹੜੀ ਲੋਕਾਂ ਦੀ ਸੋਚ ਆ ਉਹ ਬਹੁਤ ਮੈਟਰ ਕਰਦੀ ਆ ਕਿ ਲੋਕੀ ਕੀ ਸੋਚਣਗੇ ਜੇ ਅਸੀਂ ਆਹ ਕੰਮ ਕਰਦੇ ਆ, ਹੈ ਨਾ। ਜੇ ਅਸੀਂ ਘਰੇ ਮਤਲਬ ਕੋਈ ਛੇਤੀ ਝਾੜੂ ਲਾਉਣ ਨੂੰ ਵੀ ਤਿਆਰ ਨਹੀਂ ਹੁੰਦਾ ਕਿ, ਹੈ ਨਾ, ਉਹ ਉਹਨਾਂ ਨੂੰ ਲੱਗਦਾ ਕਿ ਨਹੀਂ ਇਹ ਬਹੁਤ ਨਿੱਕਾ ਕੰਮ ਆ। ਮੈਂ ਸਮਾਜ ਨੂੰ ਸੁਧਾਰਨ ਦੀ ਇਹ ਵੀ ਇੱਕ ਲੋੜ ਹੈ ਜੀ। ਬਿਲਕੁਲ ਬਹੁਤ ਜ਼ਿਆਦਾ, ਕਿਉਂਕਿ ਬਾਹਰ ਦੀ ਸੁਸਾਇਟੀ, ਹੁਣ ਇੰਡੀਆ ਸੁਸਾਇਟੀ ਆਪਾਂ ਬਹੁਤ ਪਿੱਛੇ ਆ ਉਹਨਾਂ ਕੋਲੋਂ, ਤੇ ਬੱਚੇ ਸੋਚਦੇ ਉੱਥੇ ਇੰਨੀ ਐਡਵਾਂਸਮੈਂਟ ਹੈ, ਇੱਕ ਲਗਜ਼ਰੀਜ਼ ਵੇਖਦੇ ਆ ਕਿ ਉੱਥੇ ਇੰਨੀ ਲਗਜ਼ਰੀਜ਼ ਹੈ, ਹੈ ਨਾ, ਆਪਾਂ ਛੇਤੀ ਜਾ ਕੇ ਕਾਰ ਲੈ ਲਈਏ, ਕਰ ਲਈਏ, ਤੇ ਉਹ ਚੀਜ਼ਾਂ ਬਹੁਤ ਮੈਟਰ ਕਰਦੀ ਯੂਥ ਜਿਹੜੀ ਅੱਜ ਕੱਲ੍ਹ ਦੀ ਹੈਗੀ ਉਹਨਾਂ ਲਈ। ਥੈਂਕ ਯੂ ਮਨਵੀਰ ਜੀ। ਤਾਂ ਇਹ ਬਿਲਕੁਲ ਜਿਹੜੀਆਂ ਗੱਲਾਂ ਸਟੂਡੈਂਟ ਜਿਹੜੀਆਂ ਦੱਸ ਰਹੇ ਨੇ ਬਿਲਕੁਲ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ ਕਿ ਸਟੂਡੈਂਟ ਜਿਹੜੇ ਨੇ ਇੱਥੇ ਆਪਣੇ ਪਰਿਵਾਰ ਦਾ ਜਿਹੜਾ ਪਿਤਾਪੁਰ ਕੀ ਕੀਤਾ ਹੈ ਉਸ ਨੂੰ ਸੰਭਾਲਣ ਦੀ ਬਜਾਏ ਵਿਦੇਸ਼ਾਂ ਨੂੰ ਪ੍ਰੈਫਰ ਦੇ ਰਹੇ ਨੇ। ਸਰ ਕੀ ਨਾਮ ਹੈ ਜੀ ਤੁਹਾਡਾ? ਸਰ ਮੇਰਾ ਨਾਮ ਰੋਹਿਤ ਦੁੱਗਲ ਹੈ ਜੀ ਤੇ ਮੈਂ ਇੱਥੇ ਗ੍ਰੈਜੂਏਸ਼ਨ ਕਰ ਰਿਹਾ। ਰੋਹਿਤ ਜੀ, ਤੁਸੀਂ ਕੀ ਸੋਚਦੇ ਜੇ ਕਿ ਤੁਹਾਡੇ ਵੀ ਫਰੈਂਡ ਸਰਕਲ ਦੇ ਵਿੱਚ ਤੁਸੀਂ ਇੱਥੇ ਸਟੱਡੀ ਕਰ ਰਹੇ ਹੋ, ਤੁਹਾਡੇ ਸਰਕਲ ਦੇ ਵਿੱਚ ਕਿੰਨੇ ਕੁ ਸਟੂਡੈਂਟ ਜਿਹੜੇ ਨੇ ਤੁਹਾਡੇ ਨਾਲ ਪੜ੍ਹੇ ਸੀਗੇ ਜਿਹੜੇ ਵਿਦੇਸ਼ਾਂ ਵੱਲ ਪਲਾਇਨ ਕਰ ਗਏ ਨੇ ਜੀ? ਦੇਖੋ ਜੀ, ਮੇਰੇ ਨਾਲ 12th ਤੋਂ ਬਾਅਦ ਅਪਰੋਕਸ ਮਤਲਬ 60% ਸਟੂਡੈਂਟ ਸੀਗੇ ਜਿਹੜੇ ਬਾਹਰ ਚਲੇ ਗਏ, ਠੀਕ ਹੈ ਜੀ। ਤੇ ਜਿਵੇਂ ਆਪਾਂ ਕਹੀਏ ਜਿਵੇਂ ਕੈਨੇਡਾ ਵਰਗੀ ਕੋਈ ਵੀ ਸਟੇਟ ਆ, ਜੇ ਉਹਦੀ ਡਿਵੈਲਪਮੈਂਟ ਵਾਸਤੇ ਸਿਰਫ 3 ਰੀਜ਼ਨ ਹੁੰਦੇ ਆ, ਹੈਲਥ, ਵੈਲਥ ਤੇ ਐਜੂਕੇਸ਼ਨ, ਠੀਕ ਹੈ ਜੀ। ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜਿੰਨੇ ਵੀ ਪੇਰੈਂਟਸ ਆ, ਕਿਤੇ ਨਾ ਉਹਨਾਂ ਨੂੰ ਆਪਦੇ ਬੱਚਿਆਂ ਪ੍ਰਤੀ ਬਹੁਤ ਇਨਸਿਕਿਉਰਿਟੀ ਆ ਕਿ ਸਾਡੇ ਇੱਥੇ ਬੱਚੇ ਰਹਿਣਗੇ, ਪਤਾ ਨਹੀਂ ਗਾ ਨਸ਼ਿਆਂ 'ਚ ਨਾ ਪੈ ਜਾਣ ਜਾਂ ਪੁੱਠੇ ਰਾਹ ਵੱਲ ਨਾ ਤੁਰ ਜਾਣ। ਇਸ ਕਰਕੇ ਜਿਹੜਾ ਪੇਰੈਂਟਸ ਆ ਫਿਰ ਉਹ ਡਰਦੇ ਵੀ ਉਹਨਾਂ ਕੋਲ ਡਿਸੀਜਨ ਲੈਂਦਾ, ਭਾਵੇਂ ਉਹ
ਕੁਝ ਵੀ ਕਰਦੇ ਹਨ, ਭਾਵੇਂ ਉਹਨਾਂ ਦਾ ਕੰਮ ਮਤਲਬ ਜੋ ਵੀ ਹੋਵੇ, ਕਿਸੇ ਤੋਂ ਕਰਜ਼ਾ ਚੱਕ ਕੇ ਫਿਰ ਵੀ ਆਪਦੇ ਪੁੱਤਰ ਜਾਂ ਕੁੜੀ ਨੂੰ ਬਾਹਰ ਘੱਲ ਦਿੰਦੇ ਆ ਕਿ ਚਲੋ ਕੋਈ ਨਾ ਵੀ ਸਾਡਾ ਉੱਥੇ ਜਾ ਕੇ ਵੀ ਸੇਫ ਆ ਤੇ ਉੱਥੇ ਜਾ ਕੇ ਕੰਮ ਕਰਨਗੇ ਤੇ ਜਿਹੜੇ ਇਹਨਾਂ ਦੇ ਹੱਕ ਦਾ ਪੈਸਾ ਇਹਨਾਂ ਨੂੰ ਮਿਲੂਗਾ। ਕਿਉਂਕਿ ਪੰਜਾਬ ਦੇ ਵਿੱਚ ਮਤਲਬ ਗੱਲ ਇਹ ਹੈ ਕਿ ਉਹਨਾਂ ਨੂੰ ਇਦਾਂ ਲੱਗਦਾ ਹੈ ਸਟੂਡੈਂਟਸ ਨੂੰ ਵੀ ਸਾਨੂੰ ਇੱਥੇ ਆਪਦਾ ਹੱਕ ਨਹੀਂ ਮਿਲਣਾ ਤੇ ਅਸੀਂ ਬਾਹਰ ਜਾ ਕੇ ਜਿੰਨੀ ਮਿਹਨਤ ਕਰਾਂਗੇ ਸਾਨੂੰ ਉਸ ਚੀਜ਼ ਦਾ ਹੱਕ ਮਿਲੂਗਾ ਜੀ। ਤਾਂ ਬਿਲਕੁਲ ਇਸ ਫੈਕਟਰ ਨੂੰ ਸਹੀ ਸਮਝਦੇ ਹੋ ਤੁਸੀਂ ਤੁਹਾਡਾ ਕੀ ਵਿਚਾਰ ਹੈ ਇਸ ਬਾਰੇ? ਸਰ ਮੇਰਾ ਤਾਂ ਵਿਚਾਰ ਇਹ ਆ ਕਿ ਚਲੋ ਮਤਲਬ ਜੋ ਇੱਕ ਤਾਂ ਜੇ ਗੈਂਗਸਟਰੀ ਸਾਰਾ ਕੁਝ ਉਹਨਾਂ ਸਿਸਟਮ ਖਤਮ ਹੋ ਜਾਵੇ ਤੇ ਪੰਜਾਬ ਦੇ ਵਿੱਚ ਇੰਡਸਟਰੀਜ਼ ਸਾਰੀਆਂ ਖੁੱਲ ਜਾਣ ਤੇ ਮੇਰੇ ਅਕੋਰਡਿੰਗ ਤਾਂ ਕਿਸੇ ਨੂੰ ਵੀ ਬਾਹਰ ਜਾਣ ਦੀ ਲੋੜ ਨਹੀਂ। ਕਿਉਂਕਿ ਮੈਂ ਸਿਰਫ ਇਹ ਮੰਨਦਾ ਹਾਂ ਕਿ ਭਗਤ ਸਿੰਘ ਜੀ ਨੇ ਆਪਦਾ ਬਹੁਤ ਵੱਡਾ ਬਲੀਦਾਨ ਦਿੱਤਾ ਸੀਗਾ ਮਤਲਬ ਆਜ਼ਾਦੀ ਵਾਸਤੇ, ਠੀਕ ਹੈ ਜੀ, ਤੇ ਉਹਨਾਂ ਨੇ ਗੋਰਿਆਂ ਨੂੰ ਬਾਹਰ ਕੱਢਿਆ ਸੀਗਾ, ਠੀਕ ਹੈ। ਤੇ ਜੇ ਆਪਾਂ ਇੰਨਾ ਪੈਸਾ ਲਾ ਕੇ ਆਪਾਂ ਬਾਹਰ ਜਾ ਰਹੇ ਹਾਂ ਤੇ ਜੇ ਅੱਜ ਭਗਤ ਸਿੰਘ ਜਿਉਂਦਾ ਹੁੰਦਾ ਤੇ ਮੇਰੇ ਖਿਆਲ ਉਹਨੇ ਇਸ ਗੱਲ ਨੂੰ ਵੇਖ ਕੇ ਤਾਂ ਬਹੁਤ ਦੁਖੀ ਹੋਣਾ ਸੀਗਾ ਕਿ ਮਤਲਬ ਮੈਂ ਮਤਲਬ ਆਪਦੀ ਸਾਰੀ ਜਾਨ ਵਾਰ ਦਿੱਤੀ ਹੈ ਤੇ ਫਿਰ ਵੀ ਆਪਾਂ ਮਤਲਬ ਭੱਜ ਕੇ ਬਾਹਰ ਜਾ ਰਹੇ ਹਾਂ। ਤਾਂ ਦੁੱਖ ਹੁੰਦਾ ਹੈ ਬਿਲਕੁਲ ਜਦੋਂ ਸਟੂਡੈਂਟ ਇਸ ਤਰ੍ਹਾਂ ਬਾਹਰ ਜਾਂਦੇ ਨੇ। ਸਰ ਕੀ ਨਾਮ ਹੈ ਤੁਹਾਡਾ? ਗੁਰਕੀਰਤ ਸਿੰਘ ਜੀ। ਗੁਰਕੀਰਤ ਜੀ, ਤੁਸੀਂ ਕੀ ਸਮਝਦੇ ਜੇ ਕਿਹੜੇ ਫੈਕਟਰ ਨੇ ਜਿਹੜੇ ਸਟੂਡੈਂਟ ਇਸ ਤਰ੍ਹਾਂ ਪਲਾਨ ਕਰ ਰਹੇ ਨੇ ਔਰ ਕੀ ਇਹ ਸਾਡੇ ਪੰਜਾਬ ਦੇ ਲਈ ਜਾਂ ਦੇਸ਼ ਦੇ ਲਈ ਸਹੀ ਹੈ ਜੀ? ਸਰ ਇਹਦੇ ਲਈ ਬਹੁਤ ਸਾਰੇ ਫੈਕਟਰ ਆ ਜਿਹੜੇ ਇਸ ਚੀਜ਼ ਨੂੰ ਕਰਦੇ ਆ। ਜਿੱਦਾਂ ਕਿ ਹੁਣ ਸਰ ਜੇ ਆਪਾਂ ਵੇਖੀਏ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਆ ਤੇ ਪਿੰਡਾਂ ਜ਼ਿਆਦਾਤਰ ਲੋਕ ਖੇਤੀ ਦੇ ਸੈਕਟਰ ਨਾਲ ਹੀ ਕਨੈਕਟਡ ਆ। ਤੇ ਹੁਣ ਜਿੱਦਾਂ ਲੋਕ ਕਹਿੰਦੇ ਵੀ ਮਾਡਰਨ ਖੇਤੀ, ਤਾਂ ਸਰਕਾਰ ਮਾਡਰਨ ਖੇਤੀ ਨੂੰ ਪ੍ਰਫੁੱਲਿਤ ਕਰਨ ਵਾਸਤੇ ਉਹਨਾਂ ਐਫਰਟ ਨਹੀਂ ਕਰ ਰਹੀ। ਕਿਉਂਕਿ ਜੇ ਆਪਾਂ ਆਖੀਏ ਅੱਜ ਕੱਲ੍ਹ ਦੇ ਨੌਜਵਾਨ ਨੂੰ ਕੁਝ ਮਾਪਿਓ ਹੀ ਇੱਦਾਂ ਦੇ ਆ ਵੀ ਉਹ ਛੋਟੇ ਹੁੰਦਿਆਂ ਤੋਂ ਬੱਚੇ ਨੂੰ ਖੇਤੀ 'ਚ ਨਹੀਂ ਲਗਾਉਂਦੇ ਤੇ ਹਰੇਕ ਦਾ ਅੱਜ ਕੱਲ੍ਹ ਹਰੇਕ ਦਾ ਇੱਕ ਨਾ ਇੱਕ ਰਿਲੇਟਿਵ ਬਾਹਰ ਹੀ ਆਈ ਤੇ ਉਹ ਹਰ ਪੇਰੈਂਟ ਕਹਿੰਦਾ ਵੀ ਮੇਰਾ ਬੱਚਾ ਵੀ ਬਾਹਰ ਹੋਵੇ। ਤੇ ਹੁਣ ਮੰਨ ਲਓ ਜੇ ਕੋਈ ਬੱਚਾ ਇੱਥੇ ਆਪਣੇ ਪੇਰੈਂਟਸ ਨੂੰ ਇਹ ਵੀ ਕਹਿੰਦਾ ਨਾ ਵੀ ਮੈਂ ਬਿਜ਼ਨਸ ਕਰਨਾ ਕੋਈ, ਤਾਂ ਉਹ ਬੱਚੇ ਨੂੰ ਬਿਜ਼ਨਸ ਕਰਨ ਵਾਸਤੇ 5 ਲੱਖ ਰੁਪਈਆ ਤੱਕ ਨਹੀਂ ਦਿੰਦੇ। ਬਟ ਜੇ ਉਹਨੇ ਬਾਹਰ ਜਾਣਾ ਤਾਂ ਉਹ ਔਖੇ ਸੌਖੇ ਕੁਝ ਵੇਚ ਕੇ 20 ਲੱਖ ਰੁਪਈਆ ਕਰਦੇ ਆ ਜੀ। ਤੇ ਜੇ ਆਪਾਂ ਖੇਤੀ ਦੀ ਗੱਲ ਕਰੀਏ, ਜਿੱਦਾਂ ਅੱਜ ਕੱਲ੍ਹ ਜੇ ਆਪਾਂ ਮਾਡਰਨ ਖੇਤੀ ਦੀ ਗੱਲ ਕਰੀਏ ਤਾਂ ਨੌਜਵਾਨ ਜੇ ਉਸ ਵਿੱਚ ਜਾਣਾ ਵੀ ਚਾਹੁੰਦਾ, ਹੁਣ ਜੇ ਆਪਾਂ ਵੇਖੀਏ ਵੀ ਪਹਿਲੀ ਗੱਲ ਤਾਂ ਸਰਕਾਰ ਨੂੰ ਇਸ 'ਤੇ ਵੀ ਕੰਮ ਕਰਨਾ ਚਾਹੀਦਾ ਵੀ ਹਰੇਕ 5 ਤੋਂ 10 ਕਿਲੋਮੀਟਰ ਦੇ ਵਿੱਚ ਕੋਲਡ ਸਟੋਰੇਜ ਇੱਦਾਂ ਦੀਆਂ ਆਪਸ਼ਨਸ ਹੋਣੀਆਂ ਚਾਹੀਦੀਆਂ ਜਿੱਥੇ ਉਹ ਆਪਦੀ ਫਸਲ ਨੂੰ ਸਟੋਰ ਕਰ ਸਕਣ ਤੇ ਮਹਿੰਗੇ ਭਾਅ ਜਿਹੜੇ ਹੈ ਕਿ ਰੋਜ਼ੀ ਰੋਟੀ ਦਾ ਪ੍ਰਬੰਧ ਸਰਕਾਰ ਨੂੰ ਕਰਨਾ ਚਾਹੀਦਾ। ਬਿਲਕੁਲ ਸਰ। ਤੇ ਸਟੂਡੈਂਟ ਦੇ ਮਾਈਂਡਸ ਦੇ ਵਿੱਚ ਵੀ ਇਹੋ ਗੱਲਾਂ ਚੱਲਦੀਆਂ ਨੇ ਸਰ। ਹੁਣ ਆਪਾਂ ਇਹਨਾਂ ਵੀ ਜਿਹੜੇ ਬੱਚੇ ਕੋਲ ਇੱਥੇ 2 ਕਿੱਲੇ ਜ਼ਮੀਨ ਹੈ ਤੇ ਉਹਦਾ ਲਾਈਫ ਸਟਾਈਲ ਇੱਥੋਂ ਤੇ ਕੈਨੇਡਾ ਦੇ ਲਾਈਫ ਸਟਾਈਲ ਨਾਲ ਬਹੁਤ ਫਰਕ ਹੈ ਕਿਉਂਕਿ ਉਹ ਜਿਹੜੀਆਂ ਚੀਜ਼ਾਂ ਉੱਥੇ ਲੈ ਸਕਦਾ ਇੱਥੇ ਉਹ ਐਫੋਰਡ ਨਹੀਂ ਕਰ ਸਕਦਾ। ਤੇ ਦੂਸਰਾ ਇਹ ਹੈ ਜੀ ਇੱਕ ਦੌੜ ਲੱਗ ਚੁੱਕੀ ਆ ਵੀ ਜਿਨ੍ਹਾਂ ਦਾ ਇੱਥੇ ਸਹੀ ਸਰਦਾ ਵੀ ਹੈ ਜੇ ਆਪਾਂ ਆਖੀਏ ਤਾਂ ਉਹ ਵੀ ਸਟੂਡੈਂਟ ਅੱਜ ਕੱਲ੍ਹ ਬਾਹਰ ਦੀ ਦੌੜ 'ਚ ਆਈ। ਤੇ ਬਾਕੀ ਕੈਨੇਡਾ ਜੇ ਆਪਾਂ ਆਖੀਏ ਕੈਨੇਡਾ ਦੇ ਵਿੱਚ ਮੈਡੀਕਲ ਸਹੂਲਤਾਂ ਉੱਥੋਂ ਦੀਆਂ ਤੇ ਉੱਥੋਂ ਦੀ ਸਟੱਡੀ ਐਜੂਕੇਸ਼ਨ ਸਿਸਟਮ ਕਰਕੇ ਬਹੁਤ ਲੋਕ ਉੱਥੇ ਜਾ ਰਹੇ ਆ ਤੇ ਇਹੀ ਮੇਨ ਕਾਰਨ ਮੰਨਦਾ ਜੀ ਮੈਂ। ਬਿਲਕੁਲ ਇਹ ਸਟੂਡੈਂਟਸ ਦੇ ਵਿਚਾਰ ਨੇ ਜਿਹੜੇ ਬਹੁਤ ਸਾਰੇ ਫੈਕਟਰ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚ ਐਜੂਕੇਸ਼ਨ ਸਿਸਟਮ ਵੀ ਇੰਪਰੂਵ ਕਰਨ ਦੀ ਜ਼ਰੂਰਤ ਹੈ, ਪਰ ਸਭ ਤੋਂ ਪਹਿਲਾਂ ਜਿਹੜਾ ਰੋਜ਼ਗਾਰ ਹੈ ਇਸ ਦੀ ਗੱਲ ਜਿਹੜੀ ਹੈ ਇਹ ਕਰਨੀ ਬੜੀ ਜ਼ਰੂਰੀ ਹੈ ਕਿ ਰੋਜ਼ਗਾਰ ਜਿੱਥੇ ਸਟੂਡੈਂਟ ਨੂੰ ਇੱਕ ਇਨਸਿਕਿਉਰਿਟੀ ਫੀਲ ਹੁੰਦੀ ਹੈ, ਗੈਂਗਸਟਰਵਾਦ ਜਿਹੜਾ ਹੈ ਉਹ ਵੀ ਡਰੱਗਸ ਜਿਹੜੀਆਂ ਨੇ ਇਹ ਸਾਰੇ ਫੈਕਟਰ ਨੇ ਜਿਸ ਨੂੰ ਲੈ ਕੇ ਸਟੂਡੈਂਟਸ ਦਾ ਧਿਆਨ ਜਿਹੜਾ ਹੈ ਉਹ ਵਿਦੇਸ਼ਾਂ ਵੱਲ ਲੱਗਾ ਹੈ। ਤਾਂ ਕਿ ਹੁਣ ਅਗਲੇ ਦਿਨਾਂ ਦੇ ਵਿੱਚ ਜੇਕਰ ਇਸ ਪਾਸੇ ਵੀ ਜਿਹੜਾ ਸੋਚੇ ਨਾ ਸਰਕਾਰ ਵੱਲੋਂ ਧਿਆਨ ਦਿੱਤਾ ਗਿਆ ਤਾਂ ਅਗਲੇ ਦਿਨਾਂ ਦੇ ਵਿੱਚ ਜਿਹੜੀ ਸਥਿਤੀ ਹੈ ਹੋਰ ਵੀ ਗੰਭੀਰ ਹੋ ਸਕਦੀ ਹੈ। ਸੁਸਾਇਟੀ ਨੂੰ ਵੀ ਬਦਲਣ ਦੀ ਜ਼ਰੂਰਤ ਹੈ। ਜਿਵੇਂ ਸਟੂਡੈਂਟਸ ਨੇ ਕਿਹਾ ਕਿ ਸੁਸਾਇਟੀ ਇੱਥੇ ਲੋਕ ਵੀ ਜਿਹੜੇ ਨੇ ਆਪਣੇ ਪਿਤਾ ਪੁਰਖੀ ਕਿਤੇ ਨੂੰ ਅਪਣਾਉਣ ਲੱਗੇ ਕਿਤੇ ਨਾ ਕਿਤੇ ਮਨਾ ਕਰਦੇ ਨੇ, ਉਸ ਨੂੰ ਵੀ ਜਿਹੜਾ ਸੁਸਾਇਟੀ ਦੀ ਇੱਕ ਸੋਚ ਹੈ ਕਿ ਕੰਮ ਛੋਟਾ ਵੱਡਾ ਨਹੀਂ ਹੁੰਦਾ, ਉਸ ਨੂੰ ਵੀ ਬਦਲਣ ਦੀ ਜ਼ਰੂਰਤ ਹੈ ਤਾਂ ਕਿ ਪੰਜਾਬ ਦੇ ਵਿੱਚੋਂ ਜਿਹੜਾ ਪਲਾਇਨ ਹੋ ਰਿਹਾ ਹੈ ਇਸ ਨੂੰ ਕਿਤੇ ਨਾ ਕਿਤੇ ਨੱਥ ਪਾਈ ਜਾ ਸਕੇ। ਕੈਮਰਾ ਪਰਸਨ ਵਿਸ਼ਾਲ ਦੇ ਨਾਲ ਗਗਨਦੀਪ ਸ਼ਰਮਾ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ।